ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਅੱਜ ਦੇ ਜਿਹੜੇ ਸਾਡੇ ਸਪੀਕਰ ਹੈਗੇ ਉਹ ਹੈਗੇ ਵੀਰ ਭੁਪਿੰਦਰ ਸਿੰਘ ਜੀ। ਬੜੀ ਮਸ਼ਹੂਰ ਪਰਸਨੈਲਿਟੀ ਹੈ ਜੀ, ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਨੂੰ ਸਾਡੇ ਇਸ ਗਰੁੱਪ 'ਚ ਬੈਠੇ ਹੋਏ ਜਿਹੜੇ ਹੈਗੇ ਸਾਰੇ, ਬਹੁਤ ਸਾਰਿਆਂ ਨੂੰ ਉਹਨਾਂ ਦਾ ਨਾਂ ਸੁਣਿਆ ਹੋਣਾ ਹੈ। ਉਹ ਪਹਿਲਾਂ ਵੀ ਇੱਥੇ ਇਸ ਪਲੇਟਫਾਰਮ 'ਤੇ ਇੱਕ ਵਾਰੀ ਸਾਡੇ ਨਾਲ ਡਿਸਕਸ਼ਨ ਕਰ ਚੁੱਕੇ ਹਨ, ਤੇ ਅੱਜ ਉਹਨਾਂ ਦਾ ਟਾਪਿਕ ਹੈ ਸੱਚ ਕੀ ਬੇਲਾ। ਇਹ ਬਾਈ ਪ੍ਰੋਫੈਸ਼ਨ ਪਹਿਲਾਂ ਸਿਵਲ ਇੰਜੀਨੀਅਰ ਸੀਗੇ, ਬਹੁਤ ਉੱਪਰਲੇ ਲੈਵਲ ਤੇ ਹਿਊਮੈਨਿਟੇਰੀਅਨ ਹਮੇਸ਼ਾ ਹੀ ਇਹਨਾਂ ਨੇ ਕੰਮ ਕੀਤਾ ਹੈ ਕਮਿਊਨਿਟੀ ਦੀ ਹੈਲਪ ਕਰਨ ਵਾਸਤੇ, ਸਿੱਖ ਕਮਿਊਨਿਟੀ ਦੀ ਹੈਲਪ ਕਰਨ ਵਾਸਤੇ, ਜਿੱਥੇ ਰਹਿੰਦੇ ਆ ਉੱਥੇ ਆਲੇ ਦੁਆਲੇ ਲੋਕਾਂ ਦੀ ਹੈਲਪ ਕਰਨ ਵਾਸਤੇ, ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ। ਇਹ ਕੋਵਿਡ-19 'ਚ ਇਹਨਾਂ ਨੇ ਆਕਸੀਜਨ ਸਿਲੰਡਰ ਵਗੈਰਾ ਵੀ ਡਿਸਟ੍ਰੀਬਿਊਟ ਕੀਤੇ ਸੀਗੇ। ਇੱਕ ਸਪੀਕਰ ਹੈਗੇ, ਲੈਕਚਰਰ ਹੈਗੇ, ਕਿੰਨੇ ਵੀ ਸੈਮੀਨਾਰ ਵਗੈਰਾ ਦੇ ਚੁੱਕੇ ਆ ਲਾਈਫ ਇੰਪਰੂਵਮੈਂਟ ਤੇ। ਇਹਨਾਂ ਨੇ ਬਥੇਰੀਆਂ ਕਿਤਾਬਾਂ ਲਿਖੀਆਂ ਹੋਈਆਂ ਜੀ, ਉਹਦੇ 'ਚ ਲਿਸਟ ਤੇ ਮੈਂ ਨਹੀਂ ਜਾਂਦਾ ਹੁਣ, ਪਰ ਸਭ ਤੋਂ ਜਿਹੜੀ ਇਹਨਾਂ ਦੀ ਇੰਪੋਰਟੈਂਟ ਗੱਲ ਇਹ ਹੈਗੀ ਕਿ ਇਹ ਫਾਊਂਡਰ ਹੈਗੇ ਇੱਕ NGO ਜਿਹਦਾ ਨਾਂ ਹੈ ਲਿਵਿੰਗ ਟ੍ਰੇਅਰ, ਤੇ ਉਹਦੇ ਥਰੂ ਇਹ ਸਾਰੇ ਕੰਮ ਕਰਦੇ ਹਨ। ਬਥੇਰੀਆਂ ਇਹਨਾਂ ਦੀ ਯੂਟਿਊਬਸ, ਆਡੀਓ, CD, ਵੀਡੀਓਜ਼ ਤੇ ਹੋਰ ਡਿਸਕੋਰਸਿਸ ਇਹਨਾਂ ਦੇ TV ਚੈਨਲਸ ਤੇ ਬਥੇਰੀ ਵਾਰੀ ਆਉਂਦੇ ਆ। ਟਾਈਮ ਦੀ ਥੋੜ੍ਹੀ ਜਿਹੀ ਘਾਟਾ ਹੋਣ ਕਰਕੇ ਮੈਂ ਇੱਥੇ ਹੀ ਖਤਮ ਕਰਦਾ ਇਹਨਾਂ ਦੀ ਇੰਟਰੋਡਕਸ਼ਨ ਤੇ ਬਹੁਤ ਜ਼ਿਆਦਾ ਹੈ। ਤੇ ਮੈਂ ਹੁਣ ਹੱਥ ਜੋੜ ਕੇ ਬੜੇ ਪਿਆਰ ਸਹਿਤ ਵੀਰ ਭੁਪਿੰਦਰ ਸਿੰਘ ਜੀ ਨੂੰ, ਜਿਹੜੇ ਅੱਜ ਕੱਲ੍ਹ ਦਿੱਲੀ 'ਚ ਹੈਗੇ ਪਰ ਵੈਸੇ ਇਹਨਾਂ ਦਾ ਟਿਕਾਣਾ ਨਿਊਯਾਰਕ 'ਚ ਹੈਗਾ, ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਉਹ ਜਿਹੜਾ ਟਾਪਿਕ ਉਹਨਾਂ ਨੇ ਮੈਨੂੰ ਦੱਸਿਆ ਸੀ ਉਹਦੇ ਬਾਰੇ ਡਿਸਕਸ ਕਰਨਗੇ। ਵੀਰ ਜੀ ਕਿੱਥੇ ਹੋ ਤੁਸੀਂ? ਹੈਲੋ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਦਰਸ਼ਨ ਹੋ ਗਏ ਤੁਹਾਡੇ, ਠੀਕ ਹੈ ਜੀ। ਪਲੀਜ਼। ਹਾਂਜੀ, ਆਪ ਜੀ ਸਾਰਿਆਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ, ਡਾਕਟਰ ਜਸਵੰਤ ਸਿੰਘ ਜੀ ਅਤੇ ਸਾਰੇ ਜਿਤਨੇ ਵੀ ਤੁਹਾਡੇ ਸਾਥੀ ਨੇ, ਤੁਸੀਂ ਬਾਣੀ ਪੜ੍ਹੀ, ਉਹਦੀ ਵਿਚਾਰ ਸਾਂਝ ਕੀਤੀ ਤੇ ਮੈਨੂੰ ਆਪਣੇ ਇਸ ਪਲੇਟਫਾਰਮ ਤੇ ਮੌਕਾ ਦਿੱਤਾ। ਆਈ ਫੀਲ ਆਨਰਡ। ਮੈਂ ਤੁਹਾਡੇ ਸਾਰਿਆਂ ਤੋਂ ਕਾਫੀ ਛੋਟਾ ਹਾਂ, ਪਰ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਸ਼ੇਅਰਿੰਗ ਕਰਨ ਦਾ, ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਜਿਤਨੇ ਵੀ ਅਸੀਂ ਬਾਣੀ ਚੋਂ ਕਨਸੈਪਟਸ ਨੂੰ ਸਮਝਦੇ ਹਾਂ, ਉਹਨਾਂ ਦਾ ਨਾਂ ਅਸੀਂ ਰੱਖਿਆ ਹੋਇਆ, ਆਪਣੇ ਪ੍ਰੋਗਰਾਮ ਦਾ ਨਾਂ ਰੱਖਿਆ ਹੋਇਆ ਦ ਲਿਵਿੰਗ ਟ੍ਰੈਜਰ। ਪੰਜਾਬੀ 'ਚ ਅਸੀਂ ਉਹਨੂੰ ਜੀਵਨ ਜਾਚ ਦਾ ਖਜ਼ਾਨਾ ਕਹਿੰਦੇ ਹਾਂ। ਅਸੀਂ ਜਿਹੜਾ ਵੀ ਸੈਮੀਨਾਰ ਕਰਦੇ ਹਾਂ ਜਾਂ ਗੁਰਦੁਆਰਾ ਪ੍ਰੋਗਰਾਮ ਕਰਦੇ ਹਾਂ, ਤਾਂ ਸਾਡਾ ਮਕਸਦ ਹੁੰਦਾ ਹੈ ਕਿ ਅਸੀਂ ਸ਼ਬਦ ਚੋਂ ਪ੍ਰੋਬਲਮ ਨੂੰ ਪਹਿਲਾਂ ਸਮਝੀਏ ਕਿ ਇਹ ਮੇਰੇ ਨਾਲ ਰਿਲੇਟ ਕਿਵੇਂ ਹੁੰਦੀ ਹੈ। ਦੂਜੀ ਗੱਲ ਅਸੀਂ ਇਹ ਸਮਝਦੇ ਹਾਂ ਕਿ ਫਿਰ ਸ਼ਬਦ ਚੋਂ ਮੇਰੀ ਪ੍ਰੋਬਲਮ ਦੇ ਬਾਰੇ, ਜਿਹਨੂੰ ਅਸੀਂ ਬਿਮਾਰੀ ਕਹਿ ਸਕਦੇ ਹਾਂ, ਮੇਰੀ ਬਿਮਾਰੀ ਬਾਰੇ ਡਾਇਗਨੋਜ਼ ਕੀਤਾ ਹੋਇਆ ਹੈ, ਮੇਰੇ ਆਫਟਰ ਇਫੈਕਟਸ ਦੱਸੇ ਹੋਏ ਨੇ, ਮੇਰਾ ਕੀ ਨੁਕਸਾਨ ਹੋ ਰਿਹਾ ਹੈ। ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਣੀ ਦੀ ਵਿਲੱਖਣਤਾ ਕਿ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਸੋ ਸਿਰਫ ਮੇਰਾ ਰੋਗ ਡਾਇਗਨੋਜ਼ ਕਰਨ ਤੋਂ ਬਾਅਦ ਉੱਥੇ ਹੀ ਨਹੀਂ ਮੈਨੂੰ ਛੱਡਦੇ ਨੇ, ਗੁਰੂ ਸਾਹਿਬ ਫਿਰ ਸੋਲੂਸ਼ਨ ਵੀ ਦੱਸਦੇ ਨੇ। ਸੋ ਮੈਂ ਧੰਨਵਾਦੀ ਹਾਂ ਕਿ ਬਾਣੀ ਰਾਹੀਂ ਸਾਡਾ ਐਟੀਟਿਊਡ, ਸਾਡਾ ਸੁਭਾਅ ਫਿਕਸ ਅਪ ਕਰਨ ਦਾ ਜਿਹੜਾ ਵਿਲੱਖਣ ਢੰਗ ਹੈ ਬਾਣੀ ਦਾ, ਉਸ ਤੋਂ ਮੈਂ ਕੁਰਬਾਨ ਜਾਂਦਾ ਹਾਂ। ਤੇ ਅਸੀਂ ਆਪਣੇ ਹਰ ਸੈਮੀਨਾਰ ਵਿੱਚ ਇੱਕ ਟੌਪਿਕ ਰੱਖਦੇ ਹਾਂ, ਪ੍ਰੋਬਲਮ ਦਾ ਨਾਂ ਰੱਖ ਕੇ ਫਿਰ ਉਹਦੇ ਬਾਰੇ ਡਿਟੇਲ ਵਿੱਚ ਡਿਸਕਸ ਕਰਦੇ ਹਾਂ। ਅੱਜ ਮੇਰੇ ਕੋਲ ਤੁਹਾਡੇ ਲਿਮਿਟਿਡ ਸਮੇਂ ਦੇ ਅੰਦਰ ਸੱਚ ਕੀ ਬੇਲਾ, ਜੋ ਕਿ ਅਸੀਂ ਟੌਪਿਕ ਦਾ ਨਾਂ ਰੱਖਿਆ, ਬਾਣੀ ਇਹ ਸ਼ਬਦ ਆਉਂਦਾ ਹੈ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੱਚ ਸੁਣਾਈ ਸੀ ਸੱਚ ਕੀ ਬੇਲਾ। ਅਸੀਂ ਉੱਥੋਂ ਅੱਜ ਦਾ ਆਪਣਾ ਟੌਪਿਕ ਲੈ ਰਹੇ ਹਾਂ। ਤੇ ਜਿਹੜਾ ਕੁਦਰਤੀ ਅੱਜ ਪਹਿਲਾਂ ਸ਼ਬਦ ਗਾਇਨ ਕੀਤਾ ਗਿਆ, ਨਿਰਗੁਣੀ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ, ਔਰ ਉਸ ਤੋਂ ਬਾਅਦ ਇਹਦੀ ਵਿਚਾਰ ਸਾਂਝ ਕੀਤੀ ਗਈ। ਜਦੋਂ ਤੱਕ ਅਸੀਂ ਹੰਬਲ ਨਹੀਂ ਹੋਵਾਂਗੇ, ਜਦੋਂ ਤੱਕ ਮੈਂ ਆਪਣੀ ਖੁਆਰੀ ਨੂੰ, ਆਪਣੇ ਅਪਸੈਟ ਨੂੰ, ਆਪਣਾ ਕੁੜਿਆਰ ਤੋਂ ਸਚਿਆਰ ਬਣਨ ਵਾਲੀ ਅਵਸਥਾ ਨੂੰ ਸਮਝਾਂਗਾ ਨਹੀਂ, ਤਾਂ ਤੱਕ ਮੈਂ ਵਿਜ਼ਡਮ ਵਾਸਤੇ ਹੰਬਲ ਹੋਵਾਂਗਾ ਹੀ ਨਹੀਂ, ਮੈਂ ਆਪਣਾ ਭਾਂਡਾ ਸਿੱਧਾ ਹੀ ਨਹੀਂ ਕਰਾਂਗਾ। ਔਰ ਜੇ ਭਾਂਡਾ ਸਿੱਧਾ ਹੋ ਜਾਏ
ਤਾਂ ਮੇਰੇ ਭਾਂਡੇ ਜਿਹੜੀ ਗੁਰਪ੍ਰਸਾਦ ਦੀ ਬਾਰਿਸ਼ ਹਰ ਵੇਲੇ ਹੋ ਰਹੀ ਹੈ ਉਹ ਪੈ ਜਾਂਦੀ ਹੈ। ਬਸ ਮੈਨੂੰ ਮੇਰਾ ਭਾਂਡਾ ਸਿੱਧਾ ਕਰਨਾ ਹੈ, ਉਹਦੇ ਵਾਸਤੇ ਹੰਬਲ ਹੋਣਾ ਪੈਂਦਾ ਹੈ। ਅੱਜ ਦੇ ਸ਼ਬਦ ਚੋਂ ਅਸੀਂ ਆਪਣੇ ਬਾਰੇ ਸਮਝਣ ਦਾ ਯਤਨ ਕਰਦੇ ਹਾਂ। ਸੋ ਬਿਫੋਰ ਆਈ ਸਟਾਰਟ, ਪਹਿਲਾਂ ਮੈਂ ਸ਼ਬਦ ਆਪਣੇ ਮਿੱਤਰ ਮੇਰੇ ਵੀਰ ਪੁਸ਼ਪਿੰਦਰ ਸਿੰਘ ਜੀ ਨੂੰ ਕਹਾਂਗਾ, ਉਹ ਲਿਵਿੰਗ ਟ੍ਰੇਜਰ ਤੋਂ ਤੁਹਾਨੂੰ ਸਕਰੀਨ ਤੇ ਸ਼ਬਦ ਡਿਸਪਲੇ ਕਰ ਦੇਣਗੇ। ਮੈਂ ਸ਼ਬਦ ਨੂੰ ਆਪਣੇ ਆਈਪੈਡ ਤੋਂ ਆਪ ਜੀ ਸਾਰਿਆਂ ਨਾਲ ਪਹਿਲਾਂ ਪੜ੍ਹ ਲੈਂਦਾ। ਹਾਂਜੀ, ਇਹ ਸ਼ਬਦ ਹੈ ਤਿਲੰਗ ਮਹਿਲਾ ਪਹਿਲਾ। जैसी मैं आवे खसम की बाणी, तैसरा करी ज्ञान मिला। पाप की जंज लै काबलो ताया, जोरी मंगै दान मिला लो। शरम धर्म दोए छप खलोए, कूड़ फिरै प्रधान मिला लो। काजियां बामणा की गल थकी, अगद पढ़ै शैतान मिला लो। मुसलमानियां पढ़ै कतीबां, कष्ट में करह खुदाए वे लालो। जात सनाती होर हिंदवाणियां, ए भी लेखै लाए वे लालो। खून के सोयले गावियां नानक, रत का कुंगू पाए वे लालो। साहिब के गुण नानक गावे, मासपुरी विच आख मसोला। जिन्हू पाई रंग रवाई, बैठा विखै वाखी केला। सच्चा सो साहिब सच तपावस, सचड़ा न्याओ करेक मसोला। काया कपड़ टुक टुक होसी, हिंद शैतान संभालसी बोला। आवन 8 जान 97, होर भी उठसी मर्द का चेला। सच की बाणी नानक आखै, सच सुनाए सी सच की बेला। सच की बाणी नानक आखै, सच सुनाए सी सच की बेला। हाँ जी डॉक्टर साहब, ਜਿਹੜਾ ਅਸੀਂ ਸ਼ਬਦ ਗਾਇਨ ਕੀਤਾ ਹੈ, ਇਹ ਸ਼ਬਦ ਬੜਾ ਪਪੂਲਰ ਹੈ। ਇਹਦੇ ਨਾਲ ਸੈੱਟ ਵਿੱਚ 4 ਸ਼ਬਦ ਹਨ। ਇਹਨਾਂ ਸ਼ਬਦਾਂ ਦਾ ਜਿਹੜਾ ਰਾਗ ਹੈ, ਉਹਨਾਂ ਚੋਂ ਜਿਹੜਾ ਮੈਂ ਅੱਜ ਸ਼ਬਦ ਗਾਇਨ ਕਰ ਰਿਹਾ, ਇਸ ਸ਼ਬਦ ਦਾ ਰਾਗ ਤਿਲੰਗ ਰਾਗ ਹੈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਇਹਦੀ ਬਣਤਰ ਹੈ। ਟੂਕ ਮਾਤਰ ਇਹਦੀ ਬਣਤਰ ਨੂੰ ਥੋੜਾ ਜਿਹਾ ਹੋਰ ਅਸੀਂ ਸਮਝਣਾ ਹੈ। ਗੁਰੂ ਗ੍ਰੰਥ ਸਾਹਿਬ ਦੇ 723 ਅੰਕ ਤੇ ਸ਼ਬਦ ਸੁਸ਼ੋਭਿਤ ਹੈ। This ਸ਼ਬਦ is compiled at page 723। ਹੁਣ ਇਸ ਸ਼ਬਦ ਦੇ ਪਹਿਲਾਂ ਆਖੀਰ ਤੇ ਅਸੀਂ ਇਸ ਦੀ ਬਣਤਰ ਨੂੰ ਸਮਝ ਲਈਏ। ਇਸ ਦੇ ਆਖੀਰ ਤੇ ਲਿਖਿਆ ਹੋਇਆ 2, ਫਿਰ ਉਸ ਤੋਂ ਬਾਅਦ 3, ਫਿਰ ਉਸ ਤੋਂ ਬਾਅਦ 5। 2 ਸ਼ੋ ਕਰਦਾ ਹੈ ਕਿ ਸ਼ਬਦ 2 ਪਦਿਆਂ ਦਾ ਹੈ। 3 ਸ਼ੋ ਕਰਦਾ ਹੈ ਗੁਰੂ ਨਾਨਕ ਸਾਹਿਬ ਦਾ ਤਿਲੰਗ ਰਾਗ ਵਿੱਚ ਘਰ ਤੀਜਾ ਦਾ ਇਹ ਤੀਜਾ ਸ਼ਬਦ ਹੈ। ਅਤੇ ਗੁਰੂ ਸਾਹਿਬ ਦਾ ਬਾਣੀ ਨੂੰ ਕੰਪਾਈਲ ਕਰਨ ਦਾ ਸੁਝਾਣ ਢੰਗ, ਜਿਸ ਦਾ ਨਾਂ ਅਸੀਂ ਰੱਖਿਆ ਹੋਇਆ ਕੰਪਿਊਟਰਾਈਜ਼ਡ ਲੌਕਅਪ ਸਿਸਟਮ, ਉਸ ਲੌਕਅਪ ਸਿਸਟਮ ਦੇ ਮੁਤਾਬਕ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਤਿਲੰਗ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਹੁਣ ਤੱਕ ਇਹ 5ਵਾਂ ਸ਼ਬਦ ਹੈ। ਸੋ 2 ਸ਼ੋਜ਼ 2 ਪਦੇ ਦਾ ਹੈ, 3 ਸ਼ੋਜ਼ ਘਰ ਤੀਜਾ ਦਾ ਤੀਜਾ ਸ਼ਬਦ ਹੈ ਤਿਲੰਗ ਰਾਗ ਵਿੱਚ, ਅਤੇ ਤਿਲੰਗ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਹੁਣ ਤੱਕ ਟੋਟਲ ਇਹ 5ਵਾਂ ਸ਼ਬਦ। That's the way ਬਾਣੀ is compiled। ਔਰ ਇਹ ਜਿਹੜਾ ਸੁਝਾਣ ਢੰਗ ਹੈ, ਇਸ ਢੰਗ ਵਿੱਚ ਅੱਜ ਦੇ ਸ਼ਬਦ ਵਿੱਚ ਅਸੀਂ ਆਪਣੇ ਤੇ ਟੁਕਾ ਕੇ ਇਸ ਨੂੰ ਸਮਝਣ ਦਾ ਯਤਨ ਕਰਾਂਗੇ। ਇਸ ਸ਼ਬਦ ਦੇ ਜਿਹੜੇ 2 ਪਦੇ ਨੇ, ਪਹਿਲੇ ਪਦੇ ਵਿੱਚ 7 ਪੰਕਤੀਆਂ ਨੇ। 7 ਪੰਕਤੀਆਂ ਵਿੱਚ ਆਖੀਰ ਤੇ ਲਾਲੋ ਲਿਖਿਆ ਹੋਇਆ। ਉਸ ਤੋਂ ਬਾਅਦ ਜਦੋਂ
इस शब्द विच सोल्यूशन समझाते ने तां आखिरी पंक्ति तो सोल्यूशन वास्ते क्लू दे के फिर ਜਿਹੜੀਆਂ ਬਾਕੀ ਦੀਆਂ 6 ਪੰਕਤੀਆਂ ਨੇ ਜਿਹੜੀਆਂ ਦੂਜੇ ਪਦੇ ਦੀਆਂ ਨੇ ਉਹਦੇ ਵਿੱਚ ਸਾਨੂੰ ਸਾਰਾ ਸੋਲੂਸ਼ਨ ਸਮਝਾਉਂਦੇ ਨੇ। ਸੋ ਮੈਂ ਇਹ ਟੂਕ ਮਾਤਰ ਇਸ ਦੀ ਬਾਣੀ ਦੀ ਬਣਤਰ ਦੀ ਸਾਂਝ ਕਰਨੀ ਸੀ। ਹੁਣ ਬਾਣੀ ਦੇ ਅਸੀਂ ਵਿਲੱਖਣ ਢੰਗ ਦਾ ਇੱਕ ਹੋਰ ਐਂਗਲ ਵਿਚਾਰਦੇ ਹਾਂ। ਅਸੀਂ ਜਦੋਂ ਕਦੇ ਵੀ ਕਿੱਥੇ ਵੀ ਕਿਸੇ ਸ਼ਬਦ ਨੂੰ ਵਿਚਾਰਦੇ ਹਾਂ, ਭਾਵੇਂ ਸਾਨੂੰ ਹਰ ਵਾਰੀ ਰਿਪੀਟ ਕਿਉਂ ਨਾ ਕਰਨਾ ਪਵੇ, ਅਸੀਂ ਇਹ ਜ਼ਰੂਰ ਵਿਚਾਰ ਕਰਦੇ ਹਾਂ ਕਿ ਬਾਣੀ ਦੀ ਬਣਤਰ ਦਾ ਢੰਗ ਕਿੰਨਾ ਸੁਜਾਨ ਢੰਗ ਵਰਤਿਆ ਗਿਆ ਹੈ। ਇਸ ਢੰਗ ਵਿੱਚ ਗੁਰੂ ਸਾਹਿਬ ਮੈਟਾਫਰਸ, ਫਰੇਜ਼ਿਸ, ਈਡੀਅਮਸ, ਟਰਮਸ ਜਿਹੜੀਆਂ ਆਲਰੇਡੀ ਪ੍ਰਚਲਿਤ ਹੁੰਦੀਆਂ ਨੇ ਉਹਨਾਂ ਨੂੰ ਵਰਤਦੇ ਨੇ, ਅਖਾਣ ਵਰਤਦੇ ਨੇ ਅਤੇ ਜਿਹੜਾ ਮਿਥਿਹਾਸਕ ਜਿਹੜੀ ਕਹਾਣੀਆਂ ਅਸੀਂ ਸੁਣਦੇ ਹਾਂ ਉਹਨਾਂ ਦੇ ਕਿਰਦਾਰਾਂ ਦਾ ਨਾਮ ਵੀ ਲੈਂਦੇ ਨੇ ਤੇ ਸਾਨੂੰ ਉਹਦੇ ਚੋਂ ਅਲਟੀਮੇਟਲੀ ਗੁਰੂ ਸਾਹਿਬ ਉਹਨਾਂ ਕਹਾਣੀਆਂ ਨਾਲ ਜੋੜਨਾ ਨਹੀਂ ਚਾਹੁੰਦੇ ਨੇ, ਉਹਨਾਂ ਚੋਂ ਸਾਨੂੰ ਆਪਣੀ ਸੁਜਾਨ ਮਤ ਜਿਹੜੀ ਤੁਰਕੀ ਬਾਣੀ ਦੇ ਰਾਹੀਂ ਉਹ ਸਾਨੂੰ ਸਮਝਾਉਣਾ ਚਾਹੁੰਦੇ ਨੇ, ਉਹ ਤੱਤ ਗਿਆਨ ਦੇਣਾ ਚਾਹੁੰਦੇ ਨੇ ਵੀ ਇਹਦੇ ਚੋਂ ਸਮਝ ਕੀ ਪੈਂਦੀ ਹੈ। ਸੋ ਅਸੀਂ ਜਦੋਂ ਇਸ ਤਰੀਕੇ ਦੇ ਨਾਲ ਗੱਲ ਕਰਦੇ ਹਾਂ ਤਾਂ ਅਸੀਂ ਇਸ ਨੂੰ ਕਹਿੰਦੇ ਹਾਂ ਸਪੀਕਿੰਗ ਇਨ ਵਰਨੈਕੂਲਰ, ਰਾਈਟਿੰਗ ਇਨ ਵਰਨੈਕੂਲਰ। ਤੇ ਮੈਂ ਇਸ ਨੂੰ ਪੰਜਾਬੀ ਦਾ ਅੱਖਰ ਪ੍ਰੌಢਾਵਾਦ ਇਸ ਕਰਕੇ ਦਿੱਤਾ ਹੈ ਕਿਉਂਕਿ ਮੇਰੇ ਨਾਨੀ ਜੀ ਜਿਹੜੇ ਮੈਨੂੰ ਬਚਪਨ ਤੋਂ ਬਾਣੀ ਪੜ੍ਹਾ ਕੇ ਉਸ ਦੇ ਅਰਥ ਸਾਂਝ ਕਰਦੇ ਸੀ, ਉਹ ਮੈਨੂੰ ਕਹਿੰਦੇ ਇਹ ਢੰਗ ਨਾ ਪ੍ਰੌಢਾਵਾਦ ਹੈ, ਤਾਂ ਕਿ ਜਿਹੜੀ ਪ੍ਰਚਲਿਤ ਬੋਲੀ ਹੈ ਉਸ ਨੂੰ ਵਰਤਿਆ ਜਾਵੇ, ਉਹ ਟਰਮਸ ਵਰਤੀਆਂ ਜਾਣ, ਪ੍ਰਚਲਿਤ ਹਸਤੀਆਂ ਨੂੰ ਵਰਤਿਆ ਜਾਏ ਤੇ ਫਿਰ ਉਹਦੇ ਚੋਂ ਤੱਤ ਗਿਆਨ ਲਿਆ ਜਾਏ। ਸੋ ਅਸੀਂ ਇਸ ਨੂੰ ਕਹਾਣੀਆਂ ਨੂੰ ਅਤੇ ਟਰਮਸ ਨੂੰ ਯੂਜ਼ ਕਰਨ ਚੋਂ ਜਿਹੜਾ ਤੱਤ ਗਿਆਨ ਪ੍ਰਾਪਤ ਹੋਣਾ ਹੈ ਉਹਦੇ ਬਾਰੇ ਮੈਂ ਛੋਟੀ ਜੀ ਐਗਜ਼ਾਮਪਲ ਸਾਂਝ ਕਰਦਾ। ਫਰਜ਼ ਕਰੋ ਬਾਣੀ ਚ ਆਏਗਾ पंचाली को राजसभा में राम नाम सुधाई, ਤਾਂ ਜਿਸ ਨੂੰ ਅਸੀਂ ਪੰਚਾਲੀ ਸਮਝਦੇ ਹਾਂ ਉਹ ਸਾਨੂੰ ਸਾਰਿਆਂ ਨੂੰ ਕਹਾਣੀ ਪਤਾ ਹੈ। ਇੱਥੇ ਕਹਿ ਰਹੇ ਨੇ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਾਈ। ਜਿਸ ਪੰਚਾਲੀ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਕ੍ਰਿਸ਼ਨ ਦੇ ਬਾਰੇ ਗੱਲ ਕੀਤੀ ਜਾ। ਸੋ ਅਲਟੀਮੇਟਲੀ ਅਸੀਂ ਉਹਦੇ ਚੋਂ ਤੱਤ ਗਿਆਨ ਸਮਝਾਂਗੇ ਕਿ ਮੇਰੀ ਮੱਤ ਦੇ ਬਾਰੇ ਸਮਝਾਇਆ ਜਾ ਰਿਹਾ ਜਿਹੜੀ ਤ੍ਰਿਸ਼ਨਾ ਦੇ ਵਸ ਜਮਾ ਤੋਂ ਜਿਹਦੀ ਪੱਤ ਲੁੱਟੀ ਜਾਂਦੀ ਹੈ। ਜੇਕਰ ਮੈਂ ਆਪਣੇ ਬਾਰੇ ਉਹ ਸਮਝ ਲਵਾਂ ਕਿ ਹਾਊ ਵਾਈਸਿਸ ਆਰ ਬੋਦਰਿੰਗ ਮੀ, ਤਾਂ ਫਿਰ ਰਾਮ ਨਾਮ ਸੁਧ ਦਾ ਮਤਲਬ ਮੈਨੂੰ ਨਿਜ ਕਰਦੀ ਵਿਜ਼ਡਮ ਲੈਣੀ ਪਏਗੀ। ਇਹ ਹੀ ਧੰਨ ਧੰਨ ਉਹ ਰਾਮ ਬੇਨ ਬਾਜੈ, ਬੇਨ ਤੇ ਬੰਸਰੀ ਕ੍ਰਿਸ਼ਨ ਦੀ ਵੱਜਦੀ ਅਸੀਂ ਸਾਰੇ ਸੁਣਦੇ ਹਾਂ। ਸੋ the laws of nature is the will of God, ਕੁਦਰਤ ਦੀ ਜਿਹੜੇ ਖਰੇ ਸੱਚ ਦੇ ਨਿਯਮ ਚੱਲ ਰਹੇ ਨੇ ਇਹ ਰਾਮ ਬੇਨ ਬਾਜੈ ਕਹਿਲਾਉਂਦਾ। ਅੱਛਾ, ਇਸ ਤਰ੍ਹਾਂ ਬਾਣੀ ਚ ਆਏਗਾ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਲਾਦ ਜਪਿਓ ਹਰ ਜੈਸੇ, ਤਾਂ ਅਸੀਂ ਉੱਥੋਂ ਸੰਤੋਖ ਅਤੇ ਤ੍ਰਿਸ਼ਨਾ ਦੇ ਅਗੇਂਸਟ ਸਾਰੇ ਦੋਨੋਂ ਸ਼ਬਦਾਂ ਨੂੰ ਸਮਝਦੇ ਹਾਂ। ਸੰਤੋਖ ਦਾ ਰਾਜ ਪ੍ਰਾਪਤ ਹੁੰਦਾ ਹੈ ਜਦੋਂ ਮੈਂ ਸੱਚ ਪਿਤਾ ਦੀ ਗੋਦੀ ਵਿੱਚ ਬੈਠਣ ਯੋਗ ਹੋ ਜਾਂਦਾ ਹਾਂ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਅੱਗੇ ਵਧਾਂਗੇ ਤਾਂ ਅੱਗੇ ਆਏਗਾ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ। ਜਦੋਂ ਮੈਂ ਨਿਜ ਕਰਤੀ ਮੱਤ ਦਾ ਫਲਸਫਾ ਸਮਝਦਾ ਨਾ ਹਾਂ, ਉਸ ਅਵਸਥਾ 'ਚ ਪਹੁੰਚਦਾ ਹਾਂ। ਇਹ ਮੈਂ ਤਾਂ ਸਾਂਝ ਕਰ ਰਿਹਾ ਕਿਉਂਕਿ ਅਸੀਂ ਜਪਜੀ ਸਾਹਿਬ ਨੂੰ 110 ਘੰਟਿਆਂ ਦੇ ਪ੍ਰੋਗਰਾਮ ਵਿੱਚ YouTube ਤੇ ਉਹ ਪੂਰਾ ਡਿਟੇਲ ਵਿੱਚ ਡਿਸਕਸ ਕੀਤਾ ਹੋਇਆ। ਉਹਦੀਆਂ ਪੁਸਤਕਾਂ ਵੀ ਬਣੀਆਂ ਹੋਈਆਂ ਨੇ। ਪਹਿਲਾਂ ਸਾਡੀ ਪੁਸਤਕ ਆਈ ਸੀ ਰੱਬੀ ਗੁਣ ਇੱਕ ਓਂਕਾਰ ਤੋਂ ਗੁਰਪ੍ਰਸਾਦ, ਫਿਰ ਉਸ ਤੋਂ ਬਾਅਦ ਪੁਸਤਕ ਆਈ ਸੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਉਹਦਾ ਨਾਂ ਰੱਖਿਆ ਸੀ ਰੱਬੀ ਰਜ਼ਾ। ਫਿਰ ਉਸ ਤੋਂ ਬਾਅਦ ਸਿੰਗਲ ਲਾਈਨ ਅਰਥਾਂ ਦੀ ਪੁਸਤਕ ਆਈ ਸੀ ਸਚਿਆਰਾ ਕਿਵੇਂ ਬਣੀ ਹੈ।
ਲੇਕਿਨ ਜੋ ਅਸੀਂ ਸੰਗਤਾਂ ਵਿੱਚ ਸਾਂਝ ਕੀਤੀ ਸੀ ਸਾਰੇ ਜਪਜੀ ਸਾਹਿਬ ਦੀ ਲੜੀਵਾਰ, ਤਾਂ ਅਸੀਂ ਇਸ ਪੱਖੋਂ ਸਮਝਣ ਦਾ ਯਤਨ ਕੀਤਾ ਸੀ ਕਿ ਕੁੜਿਆਰ ਤੋਂ ਸਚਿਆਰ ਬਣਨ ਵਾਲੀ ਸਾਰੀ ਜਿਹੜੀ ਜਰਨੀ ਹੈ ਉਹ ਸਾਰੀ ਜਪਜੀ ਸਾਹਿਬ ਵਿੱਚ ਡਿਸਕਸ ਕੀਤੀ ਗਈ ਹੈ। ਤਾਂ ਜਦੋਂ ਮਨ ਇਸ ਅਵਸਥਾ 'ਚ ਪਹੁੰਚਦਾ ਹੈ, ਕਰਮਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲਸੂਰ, ਉੱਥੇ ਮਨ ਨੂੰ ਉਸ ਅਵਸਥਾ 'ਚ ਪਹੁੰਚ ਕੇ ਯੋਧਿਆਂ ਵਾਲੀ, ਮਹਾਬਲ ਸੂਰਮੇ ਵਾਲੀ ਮੱਤ ਪ੍ਰਾਪਤ ਹੁੰਦੀ ਹੈ। ਉਹਦੀਆਂ ਜਿਤਨੀਆਂ ਵੀ ਫੈਕਲਟੀਜ਼ ਨੇ, ਜਿੱਥੇ ਜਿੱਥੇ ਕਮਜ਼ੋਰੀ ਸੀ, ਜਿੱਥੇ ਜਿੱਥੇ ਡਰ ਸੀ, ਜਿੱਥੇ ਜਿੱਥੇ ਜਮਾ ਦਾ ਅਟੈਕ ਹੁੰਦਾ ਸੀ, ਉਹ ਸੂਰਮਾ ਬਣਦਾ ਹੈ। ਜਦੋਂ ਸੂਰਮਾ ਅਸੀਂ ਬਣਦੇ ਹਾਂ, ਉਹਨੂੰ ਕਹਿੰਦੇ ਨੇ ਹੋ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਪੁੱਛ ਦੁਮਾਲੜਾ। ਤੇ ਇਹ ਸਾਰੀ ਜਿਹੜੀ ਖੇਡ ਹੈ ਨਾ, ਜਦੋਂ ਅਸੀਂ ਇਸ ਤਰੀਕੇ ਨਾਲ ਸਮਝਦੇ ਹਾਂ ਤਾਂ ਅੱਗੇ ਫਿਰ ਅਸੀਂ ਉੱਥੇ ਪੜ੍ਹਦੇ ਹਾਂ, ਤਿੱਥੇ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਿਆ ਭਰਪੂਰ, ਵਿਜ਼ਡਮ ਪ੍ਰਾਪਤ ਹੁੰਦੀ ਹੈ। ਤਿੱਥੇ ਸੀਤੋ ਸੀਤਾ ਮੈਂ ਮਾਮਾਏ, ਸੋ ਅਸੀਂ ਸੀਤੋ ਸੀਤਾ ਸਮਝਦੇ ਹਾਂ, ਉਹਦਾ ਮਨ ਸੀਤਾ ਪਰੋਤਾ ਰਹਿੰਦਾ ਹੈ ਸੱਚ ਨਾਲ। ਸੁਰਤ ਹਮੇਸ਼ਾ ਸੱਚ ਨਾਲ ਟਿਊਨਡ ਰਹਿੰਦੀ ਹੈ ਤੇ ਵਿਜ਼ਡਮ ਨਾਲ ਉਹ ਟਿਊਨਡ ਰਹਿੰਦਾ। ਤਿੱਥੇ ਸੀਤੋ ਸੀਤਾ ਮੈਂ ਮਾਮਾਏ, ਤਾਂ ਕਿ ਰੂਪ ਨਾ ਕੱਥੇ ਜਾਏ, ਨਾ ਉਹ ਮਰੇ ਨਾ ਠਾਗੇ ਜਾਏ, ਉਹ ਅਜਰ ਅਮਰ ਹੋ ਜਾਂਦਾ ਹੈ। ਜਿਸ ਮਨ ਨੂੰ ਸੱਚ ਦੀ ਬਾਣੀ ਦੇ ਨਾਲ ਇਕਮਿਕਤਾ ਪ੍ਰਾਪਤ ਹੁੰਦੀ ਹੈ ਨਾ, ਇੱਕ ਬੂੰਦ ਗੁਰ ਅੰਮ੍ਰਿਤ ਦਿਨੋ ਤਾਂ ਅਟਲ ਅਮਰ ਨਾ ਮੁਆ, ਨਾ ਉਮਰੇ ਨਾ ਠਾਗੇ ਜਾਏ, ਜਿਨਕੇ ਰਾਮ ਵਸੇ ਮਨ। ਸੋ ਇਸ ਤੋਂ ਬਾਅਦ ਅਸੀਂ ਇਹ ਤਾਂ ਉਹਨਾਂ ਮਿਥਿਹਾਸਕ ਕਹਾਣੀਆਂ ਦੇ ਜਿਹੜੇ ਲਫ਼ਜ਼ ਵਰਤੇ ਗਏ ਨੇ, ਉਹਨਾਂ ਤੋਂ ਬਾਅਦ ਅਸੀਂ ਅੱਗੇ ਜਦੋਂ ਗੁਰ ਇਤਿਹਾਸ ਦੇ ਕਿਤਨੇ ਸਾਰੇ ਲਫ਼ਜ਼ ਸੁਣਦੇ ਹਾਂ, ਉਹਨਾਂ ਦੇ ਬਾਰੇ ਵੀ ਸੁਣਨ ਤੋਂ ਬਾਅਦ ਅਸੀਂ ਕਈ ਵਾਰੀ ਕੀ ਭੁਲੇਖਾ ਖਾਂਦੇ ਹਾਂ ਕਿ ਅਸੀਂ ਸ਼ਬਦਾਂ ਦੇ ਅਰਥ ਕਰਨ ਵੇਲੇ ਸੂਰਜ ਪ੍ਰਕਾਸ਼ ਦੀ ਸਟੋਰੀ ਦੇ ਮੁਤਾਬਕ ਸ਼ਬਦਾਂ ਦੇ ਅਰਥਾਂ ਦੇ ਉੱਤੇ ਇੰਪੋਜ਼ ਕਰਦੇ ਹਾਂ। ਜੇ ਅਸੀਂ ਸੁਣਿਆ ਹੋਇਆ ਕਿ ਗੁਰੂ ਸਾਹਿਬ ਦੇ ਪੁੱਤਰਾਂ ਨੇ ਉਹਨਾਂ ਦਾ ਕਹਿਣਾ ਨਹੀਂ ਮੰਨਿਆ ਔਰ ਝਗੜਾ ਹੋਇਆ, ਪਰ ਜਦੋਂ ਸ਼ਬਦ ਅਸੀਂ ਪੜਾਂਗੇ ਕਾਹੇ ਪੂਤ ਝਗੜਤ ਹੋ ਸੰਗ ਬਾਪ, ਤਾਂ ਸਾਨੂੰ ਬਾਣੀ 'ਚ ਸਮਝਣਾ ਪਏਗਾ ਮਾਤਾ ਮਤ ਪਿਤਾ ਸੰਤੋਖ, ਕਿ ਬਾਪ ਪਿਤਾ ਸੰਤੋਖ ਨੂੰ ਕਹਿੰਦੇ ਨੇ ਪੂਤ ਮੇਰਾ ਮਨ ਹੈ, ਮੇਰਾ ਮਨ ਝਗੜਾ ਕਰਦਾ ਹੈ ਜਦੋਂ ਸੰਤੋਖ ਨਹੀਂ ਲੈਂਦਾ ਹੈ। ਇੰਝ ਹੀ ਜਦੋਂ ਸ਼ਬਦ ਆਏਗਾ ਜੰਮਿਆ ਪੂਤ ਭਗਤ ਗੋਬਿੰਦ ਕਾ, ਇਹ ਸ਼ਬਦ ਅਸੀਂ ਸਾਰੇ ਆਪਣੇ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 2 3 4 ਸਾਡੇ ਹੁਣ ਤੱਕ ਨਿਕਲ ਚੁੱਕੇ ਨੇ, ਔਰ ਇਸ ਤਰ੍ਹਾਂ ਹੀ ਜਰਨੀ ਹਾਰਟ ਟੂ ਹਾਰਟ, ਦਿਲੋਂ ਦਿਲਾਂ ਦੀ ਰਾਹ, ਚਾਰ ਲਾਵਾਂ ਦੇ ਅਰਥ, ਇਸ ਤਰੀਕੇ ਨਾਲ ਹੋਰ ਕਿਤਨੀਆਂ ਟੇਪਾਂ ਕਿਤਾਬਾਂ, ਇਹ ਸਾਰਾ ਕੁਝ ਅਸੀਂ ਪਿਛਲੇ 25-30 ਸਾਲਾਂ ਤੋਂ ਸਾਂਝ ਕਰ ਰਹੇ ਹਾਂ। ਔਰ ਉਹ ਟ੍ਰਾਂਸਲੇਸ਼ਨਸ ਵਿੱਚ ਅਸੀਂ ਇਹ ਸਮਝ ਰਹੇ ਹਾਂ ਕਿ ਜਦੋਂ ਸ਼ਬਦ ਆਏਗਾ ਜੰਮਿਆ ਪੁੱਤ ਭਗਤ ਗੋਬਿੰਦ ਕਾ, ਤਾਂ ਉਹ ਮੇਰੇ ਮਨ ਦੇ ਨਵੇਂ ਜਨਮ ਦੀ ਗੱਲ ਚੱਲ ਰਹੀ ਹੈ, ਜਦੋਂ ਸਤਿਗੁਰ ਦੇ ਘਰ ਜਨਮ ਲੈਂਦਾ ਹੈ। ਇੰਝ ਹੀ ਅਸੀਂ ਰਾਮਕਲੀ ਸਤ ਅਤੇ ਅਲਾਣੀਆਂ ਦੇ ਸ਼ਬਦਾਂ ਨੂੰ ਸਮਝਿਆ ਆਪਣੇ ਤੇ ਟੁਕਾ ਕੇ। ਫਿਲਹਾਲ ਤੇ ਅਸੀਂ ਇਹ ਪ੍ਰੈਕਟਿਸ ਰੱਖੀ ਹੋਈ ਹੈ, ਜਦੋਂ ਕੋਈ ਮਰ ਜਾਏਗਾ ਤਾਂ ਅਲਾਣੀਆਂ ਦਾ ਜਾਂ ਰਾਮਕਲੀ ਸਤ ਦਾ ਸ਼ਬਦ ਪੜਾਂਗੇ, ਉਹ ਸਿਰਫ ਮਰਨ ਵਾਲੇ ਤੱਕ ਅਸੀਂ ਮਹਦੂਦ ਰੱਖਿਆ। ਪਰ ਆਪਣੇ ਤੇ ਟੁਕਾ ਕੇ, ਹਾਂ ਮੈਨੂੰ ਇੱਕ ਹੋਰ ਸ਼ਬਦ ਯਾਦ ਆ ਗਿਆ, ਸ਼ਲੋਕ ਮਰਦਾਨਾ ਮਹਿਲਾ ਪਹਿਲਾ, ਉਹਦਾ ਸਿਰਲੇਖ ਜਿਹੜਾ ਮਰਦਾਨਾ ਮਹਿਲਾ ਪਹਿਲਾ ਲਿਖਿਆ ਹੋਇਆ ਨਾ, ਇਹਦੇ ਬਾਰੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿੱਚ ਜਾ ਕੇ ਮੈਂ ਸਾਂਝ ਕੀਤੀ ਸੀ ਕਿ ਇਹ ਮਰਦਾਨਾ ਜੀ ਦਾ ਸ਼ਬਦ ਨਹੀਂ ਹੈ, ਇਹ ਮਹਿਲਾ ਪਹਿਲਾ ਦਾ ਸ਼ਬਦ ਹੈ ਅਤੇ ਮਰਦਾਨਗੀ ਦੇ ਬਾਰੇ ਹੈ। ਦੁਨੀਆ ਦਾ ਕੋਈ ਵੀ ਮਨੁੱਖ ਕਿਸੇ ਵੀ ਜੈਂਡਰ ਦਾ ਕਿੱਥੇ ਵੀ ਰਹਿੰਦਾ, ਉਹਨੂੰ ਮਰਦਾਨਗੀ ਸਿਖਾਈ ਹੈ, ਉਹਨੂੰ ਮਰਦ ਬਣਨਾ ਸਿਖਾਇਆ, ਤੇ ਇਹ ਸਾਰੀ ਜਿਹੜਾ ਮਰਦ ਸੂਰਮਾ ਬਣਨਾ ਸਿਖਾਇਆ। ਤਾਂ ਇਸ ਤਰ੍ਹਾਂ ਉਹ ਇਹ ਸਾਰੇ ਜਿਹੜੇ ਬਾਣੀ ਚੋਂ ਅਸੀਂ ਬਾਣੀ ਦੇ ਹੀ ਅਰਥ ਬਾਣੀ ਚੋਂ ਸਮਝਣ ਦਾ ਯਤਨ ਕਰਦੇ ਹਾਂ, ਤਾਂ ਇਹਨੂੰ ਸਮਝਦੇ ਆਇਆ ਮੈਂ ਅੱਜ ਦੇ ਸ਼ਬਦ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਇਹ ਟੂਕ ਮਾਤਰ ਆਪ ਜੀ ਸਾਰਿਆਂ ਨਾਲ ਬੇਨਤੀ ਕੀਤੀ ਹੈ। ਤੇ ਅੱਜ ਦੇ ਸ਼ਬਦ ਵਿੱਚ ਨਾ ਅਸੀਂ ਇਹ ਸਮਝਣਾ ਕਿ ਇਹ ਮੇਰਾ ਜਿਹੜਾ ਸ਼ਬਦ ਵਿੱਚ
ਕਾਹੇਪੂ ਝਗੜਤ ਔਰ ਮਰਦਾਨਾ ਮਹਿਲਾ ਪਹਿਲਾ ਦੇ ਸਾਰੇ ਟੌਪਿਕ ਨੂੰ ਡਿਸਕਸ ਕਰਨ ਤੋਂ ਬਾਅਦ ਮੈਂ ਅੱਜ ਦੇ ਸ਼ਬਦ ਦੇ ਅੰਦਰ ਐਂਟਰ ਕਰਨਾ ਚਾਹੁੰਦਾ। ਅੱਜ ਦੇ ਸ਼ਬਦ ਦੇ ਅੰਦਰ ਐਂਟਰ ਕਰਨ ਵੇਲੇ ਮੈਂ ਸਾਂਝ ਕਰਨਾ ਚਾਹੁੰਦਾ ਕਿ ਮੇਰਾ ਬਲੱਡ ਖਰਾਬ ਹੋ ਗਿਆ ਹੈ, ਮੇਰਾ ਬਲੱਡ ਲੋਭ ਰਤ ਬਣ ਗਿਆ ਹੈ। ਮੇਰਾ ਬਲੱਡ ਖਰਾਬ ਕਿਵੇਂ ਹੋਇਆ ਹੈ ਔਰ ਇਸ ਨੂੰ ਸਾਫ਼ ਕਿਵੇਂ ਕੀਤਾ ਜਾਂਦਾ ਹੈ, ਉਹਦੇ ਬਾਰੇ ਅੱਜ ਦਾ ਸ਼ਬਦ ਡਾਇਲਿਸਿਸ ਬਾਰੇ ਹੈ। ਇੱਕ ਡਾਇਲਿਸਿਸ ਹੁੰਦਾ ਹੈ ਸਾਡੇ ਬਾਡੀ ਦਾ ਮੈਡੀਕਲ ਟਰਮਸ ਵਿੱਚ ਜਿਹੜੇ ਬਲੱਡ ਨੂੰ ਸਾਫ਼ ਕੀਤਾ ਜਾਂਦਾ ਹੈ। ਇੱਕ ਡਾਇਲਿਸਿਸ ਹੈ ਜਿਹੜੀ ਮੇਰਾ 15 ਅਗਸਤ ਨੂੰ ਅਸੀਂ ਸੈਮੀਨਾਰ ਕੀਤਾ ਸੀ, ਡਿਵਾਈਨ ਮੈਕੈਨਿਜ਼ਮ ਆਫ ਹਿਊਮਨ ਬਾਡੀ। ਇੱਕ ਮੇਰਾ ਇਨਵਿਜ਼ੀਬਲ ਬਾਡੀ ਹੈ ਜਿਹੜੀ ਮੇਰੇ ਮਨ ਦੀ ਹੈ, ਜਿਸ ਨੂੰ ਅਸੀਂ ਫਿਕਸ ਅਪ ਕਰਕੇ ਦੁਰਲਭ ਦੇਹ ਬਣਾਉਂਦੇ ਹਾਂ। ਤੇ ਮਨ ਦੀ ਜਿਹੜੀ ਬਾਡੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਸੁਰਤ ਦੇ ਲੋਇਣ ਬਣਦੇ ਨੇ ਉਹਦੇ ਨਾਲ। ਉਹ ਵਾਲੀ ਜਿਹੜੀ ਮੇਰੀ ਮਨ ਦੀ ਬਾਡੀ ਹੈ ਨਾ, ਉਸ ਬਾਡੀ ਦੇ ਅੰਦਰ ਜਿਹੜਾ ਲੋਭ ਗਰੀਡ ਆ ਗਿਆ ਨਾ, ਉਹਨੂੰ ਗੁਰਬਾਣੀ 'ਚ ਲੋਭ ਰਤ ਕਹਿੰਦੇ ਨੇ। ਉਹ ਲੋਭ ਰਤ ਕਿਵੇਂ ਬਣਦੀ ਹੈ, ਅਸੀਂ ਇਸੇ ਸ਼ਬਦ ਦੇ ਲਿੰਕ ਨਾਲ ਉਸ ਨੂੰ ਸਮਝਾਂਗੇ। ਇਹ ਮੇਰੇ ਤੇ ਕਿਵੇਂ ਵਾਪਰਿਆ, ਮੇਰਾ ਬਲੱਡ ਖਰਾਬ ਕਿਵੇਂ ਹੋਇਆ, ਮੇਰਾ ਬਲੱਡ ਗੁਰੂ ਸਾਹਿਬ ਮੈਨੂੰ ਸਮਝਾ ਰਹੇ ਨੇ ਠੀਕ ਕਿਵੇਂ ਕੀਤਾ ਜਾ ਸਕਦਾ। ਇਸ ਕਰਕੇ ਮੈਂ ਤੁਹਾਡੇ ਸਾਰੇ ਡਾਕਟਰਾਂ ਦੇ ਸਾਹਮਣੇ ਟਰਮ ਮੈਂ ਯੂਜ਼ ਕਰ ਲਈ ਹੈ, ਡਾਇਲਿਸਿਸ। ਮੈਨੂੰ ਉਹਦੇ ਆਫਟਰ ਇਫੈਕਟ ਸਮਝਾਣਗੇ, ਮੈਨੂੰ ਦੱਸਣਗੇ ਕਿ ਤੇਰੇ ਅੰਦਰ ਇਹ ਵਾਇਰਸ ਕਿਵੇਂ ਬੜਿਆ, ਤੇਰੀ ਲੋਭ ਰਤ ਕਿਵੇਂ ਬਣੀ, ਮੈਂ ਕਿਹੜਾ ਭੋਜਨ ਖਾਦਾ, ਮੈਂ ਕਿਹੜਾ ਅਸੰਤੋਖੀ ਭੋਜਨ ਖਾਦਾ, ਮੈਂ ਮੰਦੇ ਖਿਆਲਾਂ ਦਾ ਵਪਾਰ ਕੀਤਾ। ਉਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਇੱਕ ਵਾਰ ਹੈ ਜਿਸ ਦਾ ਸਿਰਲੇਖ ਹੈ ਆਸਾ ਰਾਗ ਵਿੱਚ। ਸੋ ਆਸਾ ਰਾਗ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਆਪਣੇ ਉਸ ਵਾਰ ਵਿੱਚ ਦੱਸਦੇ ਨੇ ਕੂੜੀ ਰਾਸ ਕੂੜਾ ਵਪਾਰ, ਮੈਂ ਮੰਦੇ ਖਿਆਲਾਂ ਦਾ ਧਨ ਇਕੱਠਾ ਕਰਦਾ ਹਾਂ, ਉਹਨੂੰ ਕਾਚਾ ਧਨ ਕਹਿੰਦੇ ਨੇ, ਕੂੜੀ ਰਾਸ ਕਹਿੰਦੇ ਨੇ। ਈਵਲ ਥਾਟਸ ਦਾ ਮੈਂ ਵਪਾਰ ਕਰਦਾ ਹਾਂ, ਕੂੜੀ ਰਾਸ ਕੂੜਾ ਵਪਾਰ। ਕੂੜ ਬੋਲ ਕਰੇ ਆਹਾਰ, ਮੈਂ ਮੰਦੇ ਖਿਆਲਾਂ ਦੇ ਬੋਲ, ਮੰਦੇ ਖਿਆਲਾਂ ਦੀ ਸੋਚ ਦਾ ਭੋਜਨ ਖਾਂਦਾ ਹਾਂ। ਇਹਦੇ ਨਾਲ ਮੇਰੇ ਨਾਲ ਹੁੰਦਾ ਕੀ ਹੈ, ਉੱਥੇ ਸਮਝਾਇਆ ਗਿਆ, ਸ਼ਰਮ ਧਰਮ ਕਾ ਡੇਰਾ ਦੂਰ। ਮੈਂ ਧਰਮ ਨੂੰ ਫੋਲੋ ਨਹੀਂ ਕਰਦਾ ਹਾਂ ਕਿਉਂਕਿ ਮੈਂ ਆਈਡੀਅਲਸ ਉੱਤੇ ਸ਼ਰਮ ਨਹੀਂ ਕਰਦਾ ਹਾਂ। I do not practice ideals, ethics, morality. मैं स्पिरिचुअलिटी ਨੂੰ ਜੀਣਾ ਨਹੀਂ ਚਾਹੁੰਦਾ। ਤਾਂ ਪਤਾ ਕੀ ਹੁੰਦਾ ਹੈ, ਸ਼ਰਮ ਧਰਮ ਕਾ ਡੇਰਾ ਦੂਰ। ਹੁਣ ਇਹ ਵਾਲਾ ਲੌਜਿਕ ਸਾਨੂੰ ਇਸ ਸ਼ਬਦ ਵਿੱਚ ਕੰਮ ਆਣਾ ਹੈ। ਨਾਨਕ ਕੂੜ ਰਿਹਾ ਭਰਪੂਰ, ਮੇਰੇ ਸਾਰੇ ਥਾਟ ਪ੍ਰੋਸੈਸ ਤੇ ਮੇਰੇ ਮਨ ਦੇ ਕਾਰਨ ਸਾਰਾ ਮੇਰਾ ਅੰਦਰ ਦਾ ਜਗ ਸੰਸਾਰ ਮੇਰੇ ਕੂੜ ਵਾਪਰ ਜਾਂਦੀ ਹੈ। ਇਸ ਕੂੜ ਨੂੰ ਬਾਬਰਵਾਣੀ ਕਹਿੰਦੇ ਨੇ। ਬਾਬਰਵਾਣੀ ਫਿਰ ਗਈ, ਕੋਈ ਨਾ ਰੋਟੀ ਖਾਏ, ਮੇਰਾ ਮਨ ਸੰਤੋਖ ਦਾ ਭੋਜਨ ਨਹੀਂ ਖਾਂਦਾ ਹੈ, ਬਾਬਰਵਾਣੀ ਫਿਰ ਜਾਂਦੀ ਹੈ। ਲੇਕਿਨ ਇਸ ਸ਼ਬਦ ਦਾ ਸਿਰਲੇਖ ਬਾਬਰਵਾਣੀ ਨਹੀਂ ਹੈ। ਮੈਂ ਇਹ ਹੈਰਾਨ ਹੋ ਰਿਹਾ ਕਿ ਇਹਦਾ ਨਾਮ ਬਾਬਰਵਾਣੀ ਟੌਪਿਕ ਕਿਵੇਂ ਰੱਖਿਆ ਗਿਆ ਹੈ, 4 ਸ਼ਬਦਾਂ ਦਾ। ਜਦਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ, 476 ਬੀੜਾਂ ਨੂੰ ਮੈਂ ਹਸ ਲਿਖਤ ਬੀੜਾਂ ਨੂੰ ਮੈਂ ਖੋਜਿਆ, ਪੜ੍ਹਿਆ, ਕੰਪੈਰੀਜ਼ਨ ਕੀਤਾ, ਦੇਖਿਆ, ਤਾਂ ਇਹਦਾ ਨਾਮ ਉੱਥੇ ਬਾਬਰਵਾਣੀ ਨਹੀਂ ਰੱਖਿਆ ਹੋਇਆ। ਬਾਬਰਵਾਣੀ ਪੰਕਤੀ ਵਿੱਚ ਇੱਕ ਸ਼ਬਦ ਵਿੱਚ ਲਫ਼ਜ਼ ਆਇਆ। ਐਨੀਵੇਜ਼ ਇਹਦਾ ਸਿਰਲੇਖ ਹੈ ਤਿਲੰਗ ਮਹਿਲਾ ਪਹਿਲਾ, ਔਰ ਘਰ ਤੀਜਾ ਦਾ ਤੀਜਾ ਸ਼ਬਦ ਹੈ। ਹੁਣ ਅਸੀਂ ਇਹ ਸਮਝਦੇ ਹਾਂ ਕਿ ਕੂੜ ਕਿਵੇਂ ਵਾਪਰਦੀ ਹੈ। ਸੋ ਕੂੜ ਦੇ ਅਗੇਂਸਟ ਜਿਹੜਾ ਅੱਜ ਦਾ ਸ਼ਬਦ ਸ਼ੁਰੂ ਕੀਤਾ ਗਿਆ, ਉਹਦੇ ਚ ਕਿਹਾ, ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ। ਇਹ ਦਾਨ ਕੀ ਹੈ, ਇਹ ਦਾਨ ਕਿੱਥੋਂ ਮਿਲਦਾ ਹੈ? ਮੇਰੇ ਨਿਜ ਘਰ ਅੰਦਰ ਰਾਤੀ ਵਸਦੇ ਨੇ। ਨਿਜ ਘਰ ਦੇ ਅੰਦਰ ਵਸਦੇ ਰੱਬ ਜੀ ਬਾਰੇ ਅਸੀਂ ਆਮ ਪੰਕਤੀ ਕੋਟ ਕਰਦੇ ਹਾਂ। ਜੇ ਮੈਂ ਇਸ ਤਰ੍ਹਾਂ 2 ਸੀਨ ਬਣਾ ਲਾਂ, ਮਨ ਅਤੇ ਨਿਜ ਘਰ। ਮਨ ਨੂੰ ਕਹਿ ਰਹੇ ਨੇ, ਮਨ ਤੂੰ ਜੋਤ ਸਰੂਪ ਹੈ, ਹੁਣ ਤੂੰ ਬਣ ਸਕਦਾ ਹੈ,
पर शर्त है अपना मूल पछाण मन हर जी तेरे नाल है गुरमती रंग मान। सो सतगुर दी मत रब दी मत गॉड लाइक क्वालिटीज दी मत लैण वास्ते मैनू जमा दे नाल कॉम्बैट करना पेगा, सूरमा मर्द पहलवानड़ा बनना पेगा। दैट्स हाउ आई विल लर्न, मेरे को बल प्राप्त हो जाएगा। क्योंकि असी महिला नोवां दा जिहड़ा 15 दिनां विच डिटेल विचार साझ कीती संगतां नाल, ਉਹ ਆਡੀਓ ਵੀਡੀਓ ਤੋਂ ਇਲਾਵਾ ਸਾਡੀ ਪੁਸਤਕ ਬਣੀ ਹੋਈ ਰੱਬੀ ਮਿਲਨ ਦੀ ਬਾਣੀ। ਅਸੀਂ ਸਮਝਦੇ ਸੀ ਮਹਿਲਾ ਨੋਵਾ ਡੈਥ ਤੋਂ ਬਾਅਦ ਵਿਰਾਗਮਈ ਬਾਣੀ, ਰੱਬੀ ਮਿਲਨ ਦੀ ਬਾਣੀ ਆ। ਉਹਦੇ ਅਖੀਰ ਵਿੱਚ ਕਹਿੰਦੇ ਨੇ ਬਲ ਛੁੱਟ ਕੇ ਉਹ ਬੰਧਨ ਪੜਿਆ। ਜੇ ਸਤਿਗੁਰ ਦੀ ਮੱਤ ਦਾ ਬਲ ਛੁੱਟਦਾ ਹੈ ਤਾਂ ਮੈਨੂੰ ਅਵਗੁਣਾ ਦਾ ਬੰਧਨ ਪੈ ਜਾਂਦਾ। ਦੈਟ ਇਜ਼ ਕਾਲਡ ਜਮ, ਦੈਟ ਇਜ਼ ਕਾਲਡ ਵਾਈਸਿਸ, ਅਨਐਥੀਕਲ ਥਾਟਸ ਦੀਆਂ ਡਿਸੀਟਫੁਲ ਥਾਟਸ ਦਾ ਮੈਨੂੰ ਬੰਧਨ ਪੈ ਜਾਂਦਾ। पर जे मैं सतगुर दी मत लै लवां, सतगुर दी मत दा बल लै लवां, ओनू कहंदे ने बल हुआ बंधन छुटा, सब कुछ हो तू पाए। then there is full chance, there is possibility, जिन्हों होप कहंदे ने धर्म दी दुनिया विच, कि मैं कॉम्बैट कर सकदा हां, मैं सूरमा बन सकदा हां। पर ओदी शर्त एक रहेगी, मैं सूरमा बनने वास्ते जोध महाबल सूरमे दी मत मंगांगा। मनु जम सतांदे ने, मैं ठीक नहीं हाँ, मैं परफेक्ट नहीं हाँ, मेरी जीवन जांच ठीक नहीं है, मैं खुआरी महसूस करदा हाँ, मैं निर्गुण आ रहा हाँ, मेरे को गुण कोई है नहीं है, तुसी मेरे अंदर वसते हो। अंदर वसदे रब बारे तां फरीद जी मैनू कहंदे ने, फरीदा जंगल जंगल क्या पवे वड़कंडा मोड़े, वसी रब हियाली है, जंगल क्या ढूंढे। अच्छा मेरे अंदर रब जी वसदे ने, अंदर वसदे रब जी दी मत लैण वास्ते शर्त रहेगी कि मन नू अपना हंकार छड्डना पेगा, मन नू नीवा होना पेगा, उच्ची मत प्राप्त होएगी। अरदास विच पढ़दे ना, मन नीवा मत उच्ची। मन नीवा होया, मन हैज टू लिसन इनर वॉइस। इस करके मैं 2 अक्तूबर नू सैमीनार कीता सी लास्ट ईयर, इनर वॉइस इज गॉड्स वॉइस। अच्छा ये शर्त जिहड़ी है ना, इहदे विच मन नू नीवा होना पैंदा है, मन नू नम्रता च आना पैंदा है। मन समझदा मैनू सब कुछ पता है। कबीर साहब कहते ने सब कुछ पता है, ओवर कॉन्फिडेंस है, तू नम्रता च नहीं है, तू भांडा सीधा नहीं कीता है। मन जाने सब बात जानत ही अवगुण करे, तेनू ये हंकार है कि तेनू सब कुछ पता है, तेनू कुछ भी नहीं पता। मन जाने सब बात जानत ही अवगुण करे, काहे की कुशलात, तू सुखी नहीं रह सकता, हाथ भी कुएं पर है। मन जाने सब बात दे बारे इस तरीके नाल गल करके मैनू शर्त रखी है। दुनिया दे किसी भी मनुख नू समझाया नहीं जा सकता जदों तक मनुख अपने अवगुणा दी खुआरी दे नाल आप इंट्रोस्पेक्शन करके, आप नड़ा गिरबान में सिर नीवा करके अपनी इंट्रोस्पेक्शन नहीं करता कि वेयर आई एम रॉन्ग, जो तक ये ऐनक नहीं ना प्राप्त होंदी ता अवरन हस्त आप है काणे। असी अख बंद कर लेंदे आ और काणे बन जाते, दूजिया के अवगुण ते देखते रहते हैं। अपना अवगुण देख पाना, मन नीवा हो गया, नम्रता च आ गया। मन दे इस सुभाਅ नू गरीबड़ा सुभाਅ कहते हैं। गरीबड़ा सुभाਅ नू इस शब्द चो असी समझांगे लालू। मेरा मन गरीबड़ा सुभाਅ बन जाता। क्यों? क्योंकि जदों मन नीवा ना होवे तां जात अभिमान हुंदा है, ग्रंथां दे रटन करते रह जाते हैं, विचोले नू फॉलो करते रह जाते हैं। ये सब कुछ हेल्प नहीं करता है। मैनू निजकर दी मत दी गल सुननी है। निजकर दी मत नू कहंदे ने तुर्की बाणी, निजकर दी मत नू कहंदे ने खुदाई पैगाम, निजकर दी मत नू कहंदे ने परलौकिक बाणी। उन्होंने कहते ने सब है घट राम बोले, रामा बोले, राम बिना को बोले रहे। पर असी निजकर दी आवाज सुनते ही नहीं, क्योंकि मैनू हंकार है, मैं ते सब कुछ जानदा। जदों मैं निज करदी मत नहीं सुनता ना, तां मैं टिब्बे वांगू हो जाता, मैं हंकारी हो जाता। सुखी होंदा नहीं आ, पर हंकार दे नाल सुखी होना चाहता। उन्होंने कहते ने मन की मत त्यागो हर जन, हुक्म मूज
ਸੁਖ ਪਾਈਐ ਰੇ। ਪਰ ਮੈਂ ਆਪਣਾ ਹੰਕਾਰ ਇਸ ਟਿੱਬੇ ਵਾਂਗੂ ਬਣਿਆ ਰਹਿੰਦਾ। ਜਦੋਂ ਮੈਂ ਟਿੱਬੇ ਵਾਂਗੂ ਬਣਿਆ ਰਹਿੰਦਾ ਨਾ, ਉਹਨੂੰ ਫਰੀਦ ਜੀ ਕਹਿੰਦੇ ਨੇ, ਫਰੀਦਾ ਗਰਭ ਦੀਆਂ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਓ, ਟਿੱਬੇ ਜੋ ਮੀਆਂ, ਟਿੱਬਿਆਂ ਜੋ ਜਾਂਦੇ ਨੇ, ਬਾਰਿਸ਼ ਪੈ ਰਹੀ ਹੈ ਲੇਕਿਨ ਟਿੱਬੇ ਤੇ ਪੈ ਕੇ ਥੱਲੇ ਚਲੀ ਜਾਂਦੀ ਹੈ। ਮੈਂ ਇਸ ਤਰ੍ਹਾਂ ਭਾਂਡਾ ਸਿੱਧਾ ਨਹੀਂ ਕਰਦਾ। ਜਦੋਂ ਮੈਂ ਭਾਂਡਾ ਸਿੱਧਾ ਨਹੀਂ ਕਰਦਾ, ਮਨੁ ਸਮਤ ਪ੍ਰਾਪਤ ਨਹੀਂ ਹੁੰਦੀ। ਨਿਜ ਘਰ ਦੇ ਅੰਦਰ ਮੇਰੇ ਧਰਮ ਵਸਦਾ ਹੈ, ਧਰਮ ਦੀ ਮੈਂ ਪ੍ਰੈਕਟਿਸ ਨਹੀਂ ਕਰਦਾ, ਪ੍ਰੈਕਟਿਸ ਨਹੀਂ ਕਰਦਾ, ਸ਼ਰਮ ਨਹੀਂ ਕਰਦਾ, ਸ਼ਰਮ ਨਹੀਂ ਕਰਦਾ, ਧਰਮ ਨੂੰ ਫੋਲੋ ਨਹੀਂ ਕਰਦਾ, ਸ਼ਰਮ ਧਰਮ ਦਾ ਡੇਰਾ ਦੂਰ ਹੋ ਜਾਂਦਾ, ਉਹ ਫੇਡ ਹੋ ਜਾਂਦਾ ਹੈ। ਮੇਰੇ ਅੰਦਰ ਲੋਭ ਰਤ ਦਾ ਅਟੈਕ ਵਾਇਰਸ ਕਰਦਾ ਹੈ। ਮੈਂ ਲੋਭ ਰਤ ਕਿਵੇਂ ਵਾਸ਼ ਕਰਾਂ, ਇਹ ਮੈਂ ਦਾ ਨਾਂ ਡਾਇਲਿਸਿਸ ਰੱਖਿਆ ਹੈ। ਮੇਰਾ ਰਤ, ਮੇਰਾ ਬਲੱਡ ਖਰਾਬ ਹੋ ਗਿਆ। ਡਾਕਟਰ ਸਾਹਿਬ ਮੈਨੂੰ ਖਿਮਾ ਕਰਨਾ ਜੇ ਮੈਂ ਉਹਦਾ ਲਫ਼ਜ਼ ਮੈਡੀਕਲ ਟਰਮਸ ਵਿੱਚ ਕਹਿ ਪਾਵਾਂ ਕਿ ਨਾ ਕਹਿ ਪਾਵਾਂ, ਮੇਰਾ ਬਲੱਡ ਕੰਟੈਮੀਨੇਟਿਡ ਹੋ ਗਿਆ। ਜੇ ਲਫ਼ਜ਼ ਠੀਕ ਨਾ ਹੋਵੇ ਤਾਂ ਮੈਂ ਮਾਫੀ ਮੰਗ ਲੈਂਦਾ। ਤੁਸੀਂ ਸਾਰੇ ਡਾਕਟਰ ਬੈਠੇ ਹੋ, ਹੁਣ ਮੈਂ ਡਾਇਗਨੋਸ ਕਰਨਾ ਬਾਣੀ ਰਾਹੀਂ। ਡਾਕਟਰ ਸਾਹਿਬ, ਹਾਂਜੀ ਹਾਂਜੀ, ਮੈਂ ਸੁਣ ਰਿਹਾ ਤੁਹਾਨੂੰ, ਠੀਕ ਕਹਿ ਰਹੇ ਹੋ ਤੁਸੀਂ, ਬਿਲਕੁਲ। ਹਾਂਜੀ ਹਾਂਜੀ, ਤੁਹਾਨੂੰ ਰੋਕ ਲਿਆ ਜਦੋਂ ਤੁਸੀਂ ਗਲਤ ਗੱਲ ਕਰੋਗੇ। ਹਾਲੇ ਤੱਕ ਸਾਰਾ ਕੁਝ ਠੀਕ ਕਹਿ ਰਹੇ ਹੋ, ਫਿਕਰ ਨਾ ਕਰੋ। ਥੈਂਕ ਯੂ। ਹਾਂਜੀ, ਡਾਇਲਿਸਿਸ ਕਰ ਰਿਹਾ ਵਾਂ ਮੈਂ ਆਪਣੇ ਮਨ ਦੀ ਇਨਵਿਜ਼ੀਬਲ ਜਿਹੜੀ ਮੇਰੀ ਦੇਹ ਹੈ, ਉਸ ਦੇ ਅੰਦਰ ਲੋਭ ਰਤ ਕਿਸ ਤਰ੍ਹਾਂ ਆਉਂਦੀ ਹੈ। ਫਰੀਦ ਜੀ ਪਹਿਲਾਂ ਮੈਨੂੰ ਇੱਕ ਸ਼ਲੋਕ ਸੁਣਾਉਂਦੇ ਨੇ। ਫਰੀਦ ਜੀ ਕਹਿੰਦੇ ਨੇ, ਫਰੀਦਾ ਰੱਤੀ ਰਤ ਨਾ ਨਿਕਲੇ, ਜੇ ਤਨ ਚੀਰੈ ਕੋਏ। ਜੇ ਬਲੱਡ ਨੂੰ ਚੀਰੋ, ਬੋਡੀ ਨੂੰ ਚੀਰੋ ਤਾਂ ਇਹਦੇ ਚੋਂ ਖੂਨ ਨਹੀਂ ਨਿਕਲੇਗਾ। ਹੁਣ ਫਰੀਦ ਜੀ ਕਹਿੰਦੇ ਨੇ, ਜੋ ਤਨ ਰੱਤੇ ਰੱਬ ਸਿਓ, ਤਿੰਨ ਤਨ ਰਤ ਨਾ ਹੋਏ। ਫਰੀਦ ਜੀ ਨੇ ਇਹ ਕਿਹਾ। ਫਰੀਦ ਜੀ ਦੀ ਰਮਜ਼ ਵਿੱਚ ਫਰੀਦ ਜੀ ਇਹ ਰਤ ਉਹ ਵਾਲੇ ਬਲੱਡ ਨੂੰ ਨਹੀਂ ਕਹਿ ਰਹੇ ਨੇ। ਫਰੀਦ ਜੀ ਦਰਅਸਲ ਲੋਭ ਰਤ ਨੂੰ ਸਮਝਾ ਰਹੇ ਨੇ। ਇਹ ਕਲਿਊ ਸਾਨੂੰ ਖੋਲ ਕੇ ਸਮਝਾਉਂਦੇ ਨੇ ਕਿ ਫਰੀਦ ਜੀ ਨੇ ਕਿਹੜੀ ਰਤ ਬਲੱਡ ਵਿੱਚ ਬੋਡੀ ਨੂੰ ਚੀਰੋ ਤਾਂ ਨਹੀਂ ਨਿਕਲਦੀ ਹੈ। ਪਹਿਲਾ ਤੀਜਾ ਤਾਂ ਇਹਦੇ ਨਾਲ ਸ਼ਬਦ ਲਗਾਇਆ ਗਿਆ ਹੈ। ਇਹ ਤਨ ਸਭੋ ਰਤ ਹੈ। ਡਾਕਟਰ ਸਾਹਿਬ, ਇਹ ਲੜੀਵਾਰ ਸਾਨੂੰ ਉੱਥੋਂ ਕਲਿਊ ਮਿਲਦੇ ਜਾਂਦੇ ਨੇ ਜਦੋਂ ਅਸੀਂ ਬਾਣੀ ਚੋਂ ਬਾਣੀ ਦੇ ਅਰਥ ਸਮਝਦੇ ਜਾਂਦੇ ਹਾਂ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ੈ ਰਤੇ ਆਪਣੇ, ਜੋ ਨਿਜ ਘਰ ਦੇ ਅੰਦਰ ਵਸਦੇ ਸੱਚ ਸਪਨਾ ਕਾ ਖਸਮ ਦੇ ਸ਼ਾਹ ਨਾਲ, ਵਿਜ਼ਡਮ ਨਾਲ ਕਿਉਂ ਰਹਿੰਦੇ ਨੇ, ਤਿਤ ਤਨ ਲੋਭ ਰਤ ਨਾ ਹੋਏ। ਫਿਰ ਕਹਿੰਦੇ ਨੇ, ਭੈ ਪਈਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਤੂੰ ਨਿਜ ਘਰ ਦੀ ਮੱਤ ਦੇ ਅਧੀਨ ਉਸ ਰਜ਼ਾ ਅਨੁਸਾਰ ਚੱਲਣਾ ਸਿੱਖ, ਤੇਰੀ ਲੋਭ ਰਤ ਦਾ ਡਾਇਲਿਸਿਸ ਹੋ ਜਾਏਗਾ। ਤੇਰੇ ਮਨ ਦੇ ਖਿਆਲਾਂ ਦੇ ਕਾਰਨ ਤੂੰ ਜਿਹੜਾ ਗ੍ਰੀਡੀ ਹੋ ਗਿਆ ਨਾ, ਲੋਭੀ ਹੋ ਗਿਆ। ਦੁਆਰ ਹੈ ਦੁਆਰ ਸਵਾਦ ਜੋ ਡੋਲਤ, ਨੈ ਸੁਧ ਰਾਮ ਭਜਨ ਕੀ। ਤੂੰ ਕੁੱਤੇ ਦੀ ਨਿਆਈ ਵਾਲਾ ਜੀਵਨ ਜੀ ਰਿਹਾ ਹੈ। ਤੈਨੂੰ ਇਹਦੇ ਬਾਰੇ, ਸੋ ਇਸ ਤਰੀਕੇ ਦੇ ਨਾਲ ਉਹ ਸਾਰਾ ਸ਼ਬਦ ਮੈਂ ਬਜਾਏ ਦੇ ਕਿ ਉੱਥੇ ਜਾਵਾਂ, ਮੈਨੂੰ ਇਤਨੀ ਗੱਲ ਸਮਝ ਆਈ ਕਿ ਲੋਭ ਰਤ ਵਰਸਿਸ ਰਤ। ਮੇਰਾ ਬਲੱਡ ਕੰਟੈਮੀਨੇਟਿਡ ਹੋਇਆ, ਮੈਂ ਲੋਭੀ ਹੋ ਗਿਆ। ਜੇ ਮੈਡੀਕਲ ਸਾਇੰਸ ਮੇਰਾ ਬਲੱਡ ਚੈੱਕ ਕਰੇ ਤਾਂ ਪਤਾ ਨਹੀਂ ਲੱਗੇਗਾ ਕਿ ਮੈਂ ਲੋਭੀ ਹੋਇਆ ਕਿ ਨਹੀਂ ਹੋਇਆ। ਪਰ ਇਹ ਡਾਇਗਨੋਸ ਜਿਹੜਾ ਕੀਤਾ ਜਾ ਰਿਹਾ, ਇਹ ਡਾਇਗਨੋਸ ਮੈਨੂੰ ਹੈਲਪ ਕਰੇਗਾ ਕਿ ਮੈਂ ਆਪਣੇ ਲੋਭੀ ਹੋਣ ਦੇ ਕਾਰਨ ਜਿਹੜਾ ਮੈਂ ਕੁੜਿਆਰ ਬਣਿਆ, ਮੇਰਾ ਖੂਨ ਖਰਾਬ ਹੋ ਗਿਆ। ਆਮ ਤੌਰ ਤੇ ਕਿਹਾ ਜਾਂਦਾ ਹੈ ਜਦੋਂ ਧੀਆਂ ਪੁੱਤਰ ਮਾਤਾ ਪਿਤਾ ਦਾ ਧਿਆਨ ਨਹੀਂ ਰੱਖਦੇ, ਕਹਿੰਦੇ ਜੀ ਖੂਨ ਸਫੇਦ ਹੋ ਗਿਆ, ਖੂਨ ਖਰਾਬ ਹੋ ਗਿਆ। ਲੇਕਿਨ ਇਹ ਸਾਰੀ ਗੱਲ ਚੱਲ ਰਹੀ ਹੈ ਮੇਰੀ ਲੋਭ ਰਤ ਦੀ। ਇਹ ਲੋਭ ਰਤ ਨੂੰ ਵਾਸ਼ ਕਰਨਾ ਹੈ। ਹਾਊ ਟੂ ਵਾਸ਼ ਇਟ, ਇਸ ਕਰਕੇ ਮੈਂ ਅੱਜ ਦੇ ਸ਼ਬਦ ਦੇ ਅੰਦਰ ਐਂਟਰ ਕਰਾਂਗਾ। ਅੱਜ ਦੇ ਸ਼ਬਦ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਮੈਂ ਆਪ ਜੀ ਨਾਲ ਨਮਰਤਾ ਸਹਿਤ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ। ਜਿੱਥੇ ਵੀ ਮੈਂ ਐਕਸਾਈਟਿਡ ਹੋਵਾਂ, ਮੇਰੀ ਸਪੀਡ ਵੱਧ ਜਾਂਦੀ ਹੈ, ਮੈਂ ਮਾਫੀ ਮੰਗਦਾ। ਪਰ ਵਿਚਾਰ ਕਰਨ ਵੇਲੇ ਮੇਰੀ ਇਹ ਕੋਈ ਇੰਟੈਂਸ਼ਨ ਨਹੀਂ ਹੁੰਦੀ ਕਿ ਤੁਸੀਂ ਸਾਰੇ ਮੈਨੂੰ ਫੋਲੋ ਕਰੋ। ਸਾਰੀ ਦੁਨੀਆ ਵਿੱਚ ਬਾਰ-ਬਾਰ ਟੇਪਾਂ ਵਿੱਚ ਔਰ ਸੰਗਤਾਂ ਨਾਲ ਸਾਂਝ ਕਰਨ ਵੇਲੇ ਕਿਹਾ, ਸਾਨੂੰ ਫੋਲੋ ਨਹੀਂ ਕਰਨਾ।
ਇਹ ਵੀ ਸਾਂਝ ਕੀਤੀ ਹੈ ਕਿ ਮੇਰੇ ਅਰਥ ਫਾਈਨਲ ਨਹੀਂ ਹਨ। ਇਹ ਵੀ ਸਾਂਝ ਕੀਤੀ ਹੈ ਕਿ ਮੈਂ ਕਲੇਮ ਨਹੀਂ ਕਰ ਸਕਦਾ ਕਿ ਮੈਨੂੰ ਖਰਾ ਸੱਚ ਸਾਰਾ ਸਮਝ ਆ ਗਿਆ, ਅਲਟੀਮੇਟਲੀ ਮੈਨੂੰ ਸਮਝ ਆ ਗਿਆ। ਇਹ ਵੀ ਮੈਂ ਕਲੇਮ ਨਹੀਂ ਕਰ ਸਕਦਾ ਕਿ ਮੇਰੇ ਤੋਂ ਪਹਿਲਾਂ ਜਾਂ ਅੱਜ ਕੱਲ ਤੱਕ ਜੋ ਕੋਈ ਵੀ ਅਰਥ ਕਰਦੇ ਨੇ ਉਹ ਗਲਤ ਕਰਦੇ ਨੇ, ਮੈਂ ਕਲੇਮ ਨਹੀਂ ਕਰ ਸਕਦਾ। ਮੈਨੂੰ ਜੋ ਬਾਣੀ ਚੋਂ ਸਮਝ ਆਉਂਦਾ ਹੈ ਉਸ ਤਰ੍ਹਾਂ ਅਸੀਂ ਕਰਦੇ ਹਾਂ। ਸੋ ਅਸੀਂ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 2 3 4 ਸ਼ਬਦਾਂ ਦੀਆਂ ਜਦੋਂ ਟ੍ਰਾਂਸਲੇਸ਼ਨ ਪਿਛਲੇ 25-30 ਸਾਲਾਂ ਤੋਂ ਕਰ ਰਿਹਾ, ਜਿਹਦੇ ਵਾਸਤੇ ਪੰਥ ਚੋਂ ਸਿੱਖ ਜਗਤ ਚੋਂ ਸਾਨੂੰ ਕਿਸੇ ਨੇ ਕੋਈ ਫਾਈਨੈਂਸ਼ੀਅਲ ਹੈਲਪ ਨਹੀਂ ਕੀਤੀ। ਸਾਡੇ ਲਿਵਿੰਗ ਟ੍ਰੇਜਰ ਦੇ 2-4 ਸੱਜਣ ਮਿਲ ਕੇ ਭਾਵੇਂ ਥੋੜੇ ਜੇ ਅਸੀਂ ਉਹ ਟ੍ਰਾਂਸਲੇਸ਼ਨਸ ਕਰਦੇ ਹਾਂ, ਸਾਨੂੰ ਫਾਈਨੈਂਸ਼ੀਅਲ ਹੈਲਪ, ਸਾਨੂੰ ਮੋਰਲ ਸਪੋਰਟ ਕਿਧਰੋਂ ਨਹੀਂ ਮਿਲੀ। ਅਸੀਂ ਮੰਗ ਨਹੀਂ ਰਹੇ, ਇਹ ਤੇ ਸਿੱਖ ਜਗਤ ਨੇ ਸੋਚਣਾ ਹੈ ਕਿ ਸਾਨੂੰ ਕਿਸ ਤਰ੍ਹਾਂ ਹੈਲਪ ਕੀਤੀ ਜਾ ਸਕਦੀ ਹੈ। ਪਰ ਅਸੀਂ ਆਪਣੀ ਪੁਸਤਕ ਦੇ ਅੰਦਰ ਸਾਂਝ ਕਰਨ ਵੇਲੇ ਜਦੋਂ ਸਾਡੇ ਸਾਹਮਣੇ ਕੋਈ ਸ਼ਬਦ, ਫਰਜ਼ ਕਰੋ ਮੈਂ ਇੱਕ ਸ਼ਬਦ ਦਾ ਨੰਬਰ ਬੋਲਦੇ ਹਾਂ, 37th ਸ਼ਬਦ ਆਇਆ, 37th ਸ਼ਬਦ ਕਬੀਰ ਸਾਹਿਬ ਦਾ ਹੈ, ਰਵਿਦਾਸ ਜੀ ਦਾ ਹੈ ਜਾਂ ਗੁਰੂਆਂ ਸਾਹਿਬ ਦੀ ਬਾਣੀ ਦਾ ਹੈ, ਤਾਂ ਉਹਦੀ ਕੋਈ ਟਰਮ ਸਮਝ ਨਹੀਂ ਨਾ ਆ ਰਹੀ, ਅਸੀਂ ਫਿਰ ਪਿਛਲੇ ਸ਼ਬਦ ਪੜ੍ਹਦੇ ਹਾਂ। ਅਲਟੀਮੇਟਲੀ ਸ਼ਬਦ ਜਿੱਥੋਂ ਟੌਪਿਕ ਸ਼ੁਰੂ ਹੋਇਆ, ਰਾਗ ਜਿੱਥੋਂ ਸ਼ੁਰੂ ਹੋਇਆ, ਬਾਣੀ ਦੀ ਬਣਤਰ ਸੇਜ ਜਿੱਥੋਂ ਰਾਗ ਸ਼ੁਰੂ ਹੋਇਆ, ਉੱਥੇ ਸਭ ਤੋਂ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੁੰਦਾ ਹੈ। ਫਿਰ ਦੂਜੀ ਪਾਤਸ਼ਾਹੀਆਂ ਤੋਂ ਬਾਅਦ, ਮੈਲੇ ਨੌਵੇਂ ਤੋਂ ਬਾਅਦ ਕਰਕੇ ਫਿਰ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਔਰ ਕਬੀਰ ਸਾਹਿਬ ਦਾ ਸ਼ਬਦ ਸ਼ੁਰੂ ਹੁੰਦਾ ਹੈ। ਉਹੀ ਉਹ ਟੌਪਿਕ ਹੁੰਦਾ, ਉਹੀ ਉਹ ਰਾਗ ਹੁੰਦਾ ਹੈ, ਉਹੀ ਬਿਮਾਰੀਆਂ ਦੇ ਬਾਰੇ ਡਾਇਗਨੋਸ ਕਰ ਕਰਕੇ ਆਫਟਰ ਇਫੈਕਟਸ ਦਾ ਸੋਲੂਸ਼ਨ ਸਮਝਾਇਆ ਹੋਇਆ। ਇਹ ਪੂਰੇ ਚੈਪਟਰ ਹੁੰਦਾ ਹੈ, ਫਿਰ ਉਹਨੂੰ ਨੰਬਰਿੰਗ ਦੇ ਨਾਲ ਕਲੋਜ਼ ਕੀਤਾ ਜਾਂਦਾ ਹੈ। ਸੋ ਅਸੀਂ ਨਾ ਪਿਛਲਾ ਸ਼ਬਦ ਪੜ੍ਹਦੇ ਹਾਂ, ਹੋਰ ਪਿਛਲਾ ਪੜ੍ਹਦੇ ਹਾਂ। ਤਾਂ ਤਿਲੰਗ ਰਾਗ ਜਦੋਂ ਇਹ ਸ਼ੁਰੂ ਹੋਇਆ ਤੇ ਮੈਂ ਤਿਲੰਗ ਰਾਗ ਦੇ ਉੱਥੇ ਜਾ ਕੇ ਦੇਖਿਆ, ਉੱਥੇ ਲਿਖਿਆ ਨਹੀਂ ਸੀ ਕਿ ਇਹ ਬਾਬਰ ਬਾਣੀ ਦਾ ਸ਼ਬਦ ਹੈ। ਤਿਲੰਗ ਰਾਗ ਦਾ ਪਹਿਲਾ ਸ਼ਬਦ, ਤਿਲੰਗ ਰਾਗ ਦਾ ਪਹਿਲਾ ਸ਼ਬਦ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਅੱਛਾ, ਨਿਜ ਕਰ ਦਿੰਦੇ ਰੱਬ ਜੀ ਵਸਦੇ ਨੇ, ਉਹਨਾਂ ਦੀ ਬਾਣੀ ਔਰ ਉਹ ਰੱਬ ਜੀ ਮਤਲਬ ਬਾਣੀ, ਬਾਣੀ ਮਤਲਬ ਰੱਬ ਜੀ, ਗੁਰ ਪਰਮੇਸ਼ਰ ਏਕੋ ਜਾਨ, ਸਤਿਗੁਰ ਦੀ ਬਾਣੀ ਸਤ 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 ਕਰ ਜਾਣੋ, ਹਰ ਕਰਤਾ ਮੂੰਹ ਕਢਾਏ। ਇਹਦਾ ਮਤਲਬ ਉਹ ਬੇਅਬ ਹੈ, ਲੇਕਿਨ ਮੇਰੀ ਮਨ ਕੀ ਮਤ ਐਬਾਂ ਵਾਲੀ ਹੈ। ਉਸ ਸ਼ਬਦ ਦੇ ਅੰਦਰ ਬੇਨਤੀ ਕੀਤੀ ਜਾ ਰਹੀ ਹੈ। ਅਸੀਂ ਇਹ ਸ਼ਬਦ ਸਾਂਝ ਕੀਤਾ, ਇਹਦੀ ਸਾਡੀ ਪੁਸਤਕ ਵੀ ਆਈ ਹੋਈ ਹੈ। ਇਸ ਤਰ੍ਹਾਂ ਚਾਰੋਂ ਸ਼ਬਦ ਅਸੀਂ ਜਿਹੜੇ ਇਹਦੇ ਨਾਲ ਨੇ ਨਾ, ਬਾਬਰ ਬਾਣੀ ਦੇ ਜਿਹੜੇ ਸਿਰਲੇਖ ਹੇਠਾਂ ਪਾਪੂਲਰ ਹੋਏ ਨੇ, ਇਹ ਬਾਣੀ ਦੇ ਅੰਦਰ ਦਰਜ ਨੇ ਔਰ ਅਸੀਂ ਇਹਨਾਂ ਚੋਂ ਸਮਝਦੇ ਹਾਂ। ਤਾਂ ਉਸ ਸ਼ਬਦ ਦਾ ਜਿਹੜਾ ਰਹਾਉ ਹੈ ਨਾ, ਰਹਾਉ ਹੈ ਦੁਨੀਆ ਮੁਕਾਮੇ ਫਾਨੀ, ਕੀਕ ਦਿਲਦਾਨੀ, ਤੂੰ ਨਿਜ ਕਰ ਦੀ ਮਤ ਨੂੰ ਸਮਝਣਾ, ਤੇਰੇ ਮਨ ਕੀ ਮਤ ਦੀ ਬਣਾਈ ਹੋਈ ਦੁਨੀਆ ਇਹ ਪਲ ਪਲ ਮਰਦੀ ਹੈ, ਤੇਰਾ ਮਨ ਪਲ ਪਲ ਮਰਦਾ ਹੈ, ਤੇਰੇ ਅੰਦਰ ਦੀ ਸਾਰੀ ਸ੍ਰਿਸ਼ਟੀ ਦੁਨੀਆ ਮਰਦੀ ਹੈ। ਉਹ ਜਿਹੜੀ ਅੰਦਰ ਦੀ ਮੈਂ ਝੂਠੀ ਦੁਨੀਆ ਬਣਾਈ ਹੋਈ ਹੈ ਨਾ, ਉਹਨੂੰ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ। ਬਾਹਰਲੀ ਸ੍ਰਿਸ਼ਟੀ ਨੂੰ ਨਹੀਂ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ। ਮੇਰੇ ਮਨ ਕੀ ਮਤ ਦੇ ਨਾਲ ਅੰਦਰ ਦੀ ਬਣਾਈ ਦੁਨੀਆ ਮਨੂੰ ਮੁਕਾਮ ਤੇ ਨਿਜ ਕਰ ਦੇ ਅੰਦਰੋਂ ਮਤ ਲੈ ਕੇ ਮਿਲੇਗਾ। ਬਾਣੀ ਮਨ ਸਿਖਾਉਂਦੀ ਹੈ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਸੋ ਉਸ ਸ਼ਬਦ ਦੇ ਰਹਾਉ ਚ ਨਾ ਕਲੂ ਮਿਲਿਆ ਕਿ ਬਿਮਾਰੀ ਕੀ ਹੈ ਮੇਰੀ, what is happening on me, ਮੇਰਾ ਨੈਗੇਟਿਵ ਥਾਟ ਪ੍ਰੋਸੈਸ ਕਿਵੇਂ ਬਣਿਆ ਹੈ, ਮੈਨੂੰ ਜਮ ਵਾਲ ਪਕੜ ਕੇ ਕਸੀਟ ਕਿਵੇਂ ਰਿਹਾ ਹੈ। ਉਹਨੂੰ ਕਹਿੰਦੇ ਨੇ ਜੋ ਜਮਾਏ ਕੇਸ ਗਿਆ ਪਟਕੇ ਤਾਂ ਦਿਨ ਕੱਚ ਨਾ ਬਸਾਏਗਾ। ਜਮ ਕੇਸ ਪਕੜ ਕੇ ਖਿੱਚਣ ਦਾ ਮਤਲਬ ਹੁੰਦਾ ਹੈ ਮਨੂੰ ਵਾਈਸਿਸ ਪੁੱਲ ਕਰਦੀਆਂ ਨੇ। ਆਈ ਐਮ ਆਲਵੇਜ਼ ਅਟਰੈਕਟਿਡ ਟੂਵਰਡਸ ਵਾਈਸਿਸ, ਮੰਦੇ ਖਿਆਲ ਮੈਨੂੰ ਪਸੰਦ ਆਉਂਦੇ ਨੇ। ਮੇਰੇ ਕੋਲ ਵਿਵੇਕ ਬੁੱਧੀ ਨਹੀਂ ਹੈ, ਮੇਰੇ ਸਾਹਮਣੇ ਆਪਸ਼ਨ ਹੁੰਦੀ ਹੈ ਚੰਗੇ ਔਰ ਮੰਦੇ ਦੀ, ਪਰ ਮੈਂ ਹਮੇਸ਼ਾ ਮੰਦਾ ਪਿਕਅਪ ਕਰਦਾ ਬਿਕੋਜ਼ ਲਿਉਰਿੰਗ ਹੈ, ਉਹਦੇ ਚ ਮੇਰੀ ਜੀਭ ਤੇ ਪਾਣੀ ਆ ਜਾਂਦਾ ਹੈ। ਮੈਨੂੰ ਨੈਗੇਟਿਵ ਹੀ ਪਸੰਦ ਹੈ, ਉਹਨੂੰ ਮਨ ਕੀ ਮਤ ਦਾ ਮੋਹ ਕਹਿੰਦੇ ਨੇ। ਸੋ ਉਹਦੇ ਚ ਕਲੂ ਦੱਸਦੇ ਨੇ, ਮੈਨੂੰ ਕਹਿੰਦੇ ਨੇ ਰਹਾਉ ਚ ਅਮਸਰ ਮੂਏ, ਮੂਏ ਹੁੰਦਾ ਸਿਰ ਦੇ ਵਾਲ, ਸਿਰ ਦੇ ਵਾਲ ਪ੍ਰਤੀਕ ਹੈ ਮੇਰੇ ਥਾਟ ਪ੍ਰੋਸੈਸ ਦਾ। ਮਮਸਰ ਮੂਏ ਅਜ਼ਰਾਈਲ ਗ੍ਰਿਫਤ ਹੈ,
ਜੰਮ ਨੇ ਮੇਰੇ ਵਾਲ ਪਕੜੇ ਹੋਏ ਨੇ, ਗ੍ਰਿਫਤੀ ਚ ਆ ਮੈਂ ਉਹਦੀ। ਨਾਨਕ ਅਵਗੁਣ ਜੇਤੜੇ ਤੇਤੇ ਗੱਲੀ ਜੰਜੀਰ ਪਕੜਿਆ ਹੋਇਆ ਮੈਨੂੰ, ਦਿਲ ਹੇਠ ਨਾ ਦਾਨੀ, ਮੈਂ ਅੰਦਰ ਦੇ ਉਸ ਦਾਨੀ ਦੀ ਜਿਹੜਾ ਮੈਨੂੰ ਮਿਹਰਬਾਨ ਹੈ, ਮੈਨੂੰ ਦਾਨ ਨਿਜ ਕਰਦੀ ਅੱਛੋ ਬਖਸ਼ਦਾ, ਉਹ ਮੈਂ ਲੈਂਦਾ ਨਹੀਂ ਹਾਂ। ਇਹਦੇ ਕਾਰਨ ਇਸ ਸ਼ਬਦ ਦੇ ਰਹਾਉ ਦੇ ਇਲਾਵਾ ਇਸ ਸ਼ਬਦ ਦੇ ਅੰਦਰ ਇੱਕ ਪਦਾ ਹੋਰ ਵੀ ਆਉਂਦਾ ਕਿ ਮੇਰੇ ਨਾਲ ਫਿਰ ਵਾਪਰੀ ਕੀ ਹੈ। ਸ਼ਬ ਰੋਜ਼ ਗਫਤਮ ਦਰ ਹਵਾ ਕਰ ਦੇਮ ਬਦੀ ਖਿਆਲ, ਮੇਰੇ ਭੈੜੇ ਖਿਆਲ ਵੱਧ ਜਾਂਦੇ। ਗਾਹੇ ਨਾ ਨੇਕੀ, ਗਾਹੇ ਨਾ ਨੇਕੀ, ਮੈਂ ਚੰਗੇ ਕੰਮ ਕਰਦਾ ਹੀ ਨਹੀਂ ਆ, ਚੰਗੇ ਕੰਮ ਮੈਨੂੰ ਪਸੰਦ ਹੀ ਨੇ। ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚੀਨੀ ਹਵਾ ਅਹਿਵਾਲ, ਮੇਰਾ ਇਹ ਵਾਲਾ ਸੁਭਾਅ ਬਣ ਗਿਆ। ਐਟ ਪ੍ਰੈਜ਼ੈਂਟ ਮੇਰਾ ਇਹ ਹਾਲ ਹੈ। ਮੈਨੂੰ ਅਵਗੁਣ ਸਤਾਉਂਦੇ ਨੇ ਕਿਉਂਕਿ ਮੈਂ ਨਿਜ ਘਰ ਦੀ ਤੁਰ ਕੀ ਬਾਣੀ, ਰੱਬ ਜੀ ਦੀ ਆਵਾਜ਼, ਸੱਚ ਦੀ ਆਵਾਜ਼, ਕੌਨਸ਼ੀਅਸ ਦੀ, ਵਿਲ ਦੀ, ਜ਼ਮੀਰ ਦੀ ਆਵਾਜ਼ ਨੂੰ ਇਗਨੋਰ ਕੀਤਾ। ਜਦੋਂ ਮੈਂ ਉਹਨੂੰ ਇਗਨੋਰ ਕੀਤਾ, ਜਮਾ ਦਾ ਅਟੈਕ ਹੋ ਜਾਂਦਾ ਹੈ। ਹੁਣ ਇਸ ਤੋਂ ਬਾਅਦ ਮੈਂ ਆਪਣੇ ਸ਼ਬਦ ਤੇ ਐਂਟਰ ਕਰਨਾ ਚਾਹਾਂਗਾ। ਪਹਿਲਾ ਸ਼ਬਦ ਸਾਨੂੰ ਡਾਇਰੈਕਸ਼ਨ ਦੇ ਰਿਹਾ ਹੈ ਕਿ ਸਾਨੂੰ ਕਿਹੜੀਆਂ ਬਿਮਾਰੀਆਂ ਬਾਰੇ ਕਿਸ ਤਰ੍ਹਾਂ ਡਾਇਗਨੋਸ ਕਰਕੇ ਆਪਣੇ ਤੇ ਸਮਝਣਾ ਹੈ। ਸੋ ਮੈਂ ਹੁਣ ਹੰਬਲੀ ਇੱਕ ਬੇਨਤੀ ਕਰਾਂਗਾ। ਪ੍ਰੌਢਾਵਾਦ ਵਿੱਚ ਮੈਂ ਸਾਂਝ ਕਰ ਲਈ ਕਿ ਪੁਰਾਣੀਆਂ ਕਹਾਣੀਆਂ ਦੇ, ਉਹਨਾਂ ਦੇ ਕਿਰਦਾਰਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਲੇਕਿਨ ਗੁਰੂ ਨਾਨਕ ਸਾਹਿਬ ਨੇ ਇੱਥੇ ਕਮਾਲ ਕਰ ਦਿੱਤੀ। ਇਹ ਜਿਹੜੀ 15ਵੀਂ ਸਦੀ 'ਚ ਹਿਸਟਰੀ ਵਾਪਰੀ, ਇੰਡੀਆ ਵਿੱਚ ਬਾਬਰ ਨੇ ਅਟੈਕ ਕੀਤਾ। ਅੱਜ ਯੂਨੀਵਰਸਿਟੀਜ਼ ਦੇ ਅੰਦਰ, ਭਾਵੇਂ ਉਹ ਸਿੱਖਾਂ ਦੀਆਂ ਯੂਨੀਵਰਸਿਟੀਜ਼ ਹੋਣ, ਭਾਵੇਂ ਹਿੰਦੂਆਂ ਦੀ ਹੋਣ, ਜਿਹੜੀ ਵੀ ਯੂਨੀਵਰਸਿਟੀ ਦੇ ਅੰਦਰ ਹਿਸਟਰੀ ਪੜ੍ਹਾਈ ਜਾਂਦੀ ਹੈ, ਭਾਵੇਂ ਦਿੱਲੀ ਯੂਨੀਵਰਸਿਟੀ ਹੋਵੇ, ਉੱਥੇ ਵੀ ਪੜ੍ਹਾਇਆ ਜਾਂਦਾ ਬਾਬਰ ਆਇਆ, ਬਾਬਰ ਨੇ ਅੱਜ ਅਟੈਕ ਕੀਤਾ। ਇਹਦਾ ਮਤਲਬ ਹੈ ਸੱਚੀ ਵਾਪਰੀ ਹਿਸਟਰੀ। ਔਰ ਗੁਰੂ ਸਾਹਿਬ ਇਹਦੇ ਵਿੱਚੋਂ ਸੱਚ ਸੁਣਾਏ ਸੀ, ਸੱਚ ਕੀ ਬੇਲਾ ਦੀ ਗੱਲ ਸਮਝਾਉਣ ਲੱਗੇ ਨੇ। ਸਿਰਫ ਹਿਸਟਰੀ ਨਹੀਂ ਸੁਣਾ ਰਹੇ ਨੇ, ਮਨੂ ਤਤ ਗਿਆਨ ਦੇਣ ਵਾਸਤੇ ਇਸ ਸੱਚੀ ਵਾਪਰੀ ਹਿਸਟਰੀ ਚੋਂ ਮਨੂ ਸਿੰਪਟਮਸ, ਮਨੂ ਆਫਟਰ ਇਫੈਕਟਸ ਔਰ ਮਨੂ ਸੋਲੂਸ਼ਨ ਸਮਝਾ ਰਹੇ ਨੇ। ਦੇਖ ਭੁਪਿੰਦਰ ਸਿੰਘ, ਤੇਰੇ ਥਾਟ ਪ੍ਰੋਸੈਸ ਉੱਤੇ ਜਦੋਂ ਜੰਮ ਅਟੈਕ ਕਰਦੇ ਨੇ, ਤੇਰੀ ਲੋਭ ਰੱਤ ਬਣ ਜਾਂਦੀ ਹੈ। ਔਰ ਇਸ ਗੱਲ ਨੂੰ ਕਰਦਿਆਂ ਨਾ ਹਿਸਟਰੀ ਚੋਂ ਇੱਕ ਪੱਖ ਜਿਹੜਾ ਮੈਂ ਸਾਂਝ ਕੀਤਾ, ਮੇਰੇ ਨਾਲ ਮਾਨਯੋਗ ਕੁੰਵਰ ਪ੍ਰਤਾਪ ਸਿੰਘ ਜੀ, ਜਿਹੜੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਹੁੰਦੇ ਸਨ, ਉਹ ਮੈਨੂੰ ਬਚਪਨ ਤੋਂ ਜਾਣਦੇ ਸਨ। ਮੈਂ ਉਹਨਾਂ ਦੇ ਨਾਲ ਸਾਂਝ ਕੀਤੀ ਕਿ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਇਹ ਸ਼ਬਦ ਕਬੀਰ ਸਾਹਿਬ ਨੂੰ ਪਾਣੀ 'ਚ ਸੁੱਟ ਦਿੱਤਾ ਔਰ ਉੱਥੇ ਜੰਜੀਰਾਂ ਨਾਲ ਬੰਨ ਕੇ ਸੁੱਟ ਦਿੱਤਾ, ਉਹਦੇ ਬਾਰੇ ਨਹੀਂ ਹੈ। ਤਾਂ ਉਹਨਾਂ ਨੇ ਕਿਹਾ ਤੁਸੀਂ ਇਸ ਸ਼ਬਦ ਦੇ ਕੀ ਅਰਥ ਸਾਂਝ ਕੀਤੇ ਨੇ? ਉਹ ਸਾਡੀ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 'ਚ ਅਸੀਂ ਸ਼ੇਅਰ ਕੀਤਾ ਹੋਇਆ। ਕੁੰਵਰ ਸਾਹਿਬ ਨੇ ਮੈਨੂੰ ਥਾਪੜਾ ਦਿੱਤਾ। ਮੈਂ ਕਿਹਾ ਕੁੰਵਰ ਸਾਹਿਬ, ਤੁਸੀਂ, ਤੁਹਾਡੇ ਕੋਲ ਲੁਧਿਆਣੇ ਮਹਿੰਦਰ ਸਿੰਘ ਜੋਸ਼ ਜੀ ਵੀ ਹੁੰਦੇ ਨੇ, ਉਹਨਾਂ ਨਾਲ ਵੀ ਮੈਂ ਸਾਂਝ ਕਰਦਾ, ਤੁਸੀਂ ਦੋਨਾਂ ਨਾਲ ਮੈਂ ਮਿਲ ਕੇ, ਮੈਂ ਲੁਧਿਆਣੇ ਗਿਆ, ਦੋਨਾਂ ਨੂੰ ਮੈਂ ਮਿਲਿਆ। ਮਿਲਣ ਤੋਂ ਬਾਅਦ ਮੈਂ ਉਹਨੂੰ ਕਿਹਾ ਆਵਨ 8 3 ਜਾਨ 97 ਦੇ ਬਾਰੇ ਕੋਈ ਪੂਰੇ ਸ਼ਬਦ ਦੀ ਲੜੀ ਅੰਦਰ ਸਾਂਝ ਕਲੀਅਰਲੀ ਨਹੀਂ ਆ ਰਹੀ। ਇਹ ਹਿਸਟਰੀ ਦੀ ਗੱਲ ਕਰਦੇ ਆ, ਸ਼ੇਰ ਸ਼ਾਹ ਸੂਰੀ ਬਾਰੇ ਜਾਂ ਜਿਸ ਤਰ੍ਹਾਂ ਵੀ ਜੋ ਵੀ ਗੱਲਾਂ ਕੀਤੀਆਂ ਜਾਂਦੀਆਂ, ਪਰ ਸ਼ਬਦ ਦਾ ਫਲੋ ਪੂਰਾ ਬਣ ਕੇ ਆ ਰਿਹਾ ਹੈ। ਤਾਂ ਮੈਂ ਉਹਨਾਂ ਨਾਲ ਆਵਨ 8 3 ਜਾਨ 97 ਦੇ ਬਾਰੇ ਗੱਲ ਕੀਤੀ। ਉਹਨਾਂ ਨੇ ਮੈਨੂੰ ਫਿਰ ਥਾਪੜਾ ਦਿੱਤਾ। ਥਾਪੜਾ ਵਾਸਤੇ ਮੈਂ ਆਪਣੀ ਵਾਹ ਨਹੀਂ ਕਰ ਰਿਹਾ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਉਹ ਇਤਨੇ ਵੱਡੇ ਵੱਡੇ ਬਾਣੀ ਦੇ ਖੋਜੀ ਸਨ ਔਰ ਉਹਨਾਂ ਨੇ ਮੈਨੂੰ ਥਾਪੜਾ ਦਿੱਤਾ ਕਿ ਤੁਸੀਂ ਇਸ ਸ਼ਬਦ ਨੂੰ ਆਪਣਾ ਜੀਵਨ ਸੁਧਾਰਨ ਵਾਸਤੇ ਨੈਕਸਟ ਲੈਵਲ ਤੇ ਲਿਜਾ ਕੇ ਜਿਹੜੀ ਖੋਜ ਕੀਤੀ ਹੈ, ਯੂ ਕੈਰੀ ਔਨ। ਇਹਦੇ ਨਾਲ ਮੈਨੂੰ ਉਤਸ਼ਾਹ ਮਿਲਿਆ। ਸੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਕਿ ਮੈਂ ਸ਼ਬਦ ਦੇ ਵਿਚਾਰ ਦੀ ਹਿਸਟਰੀ ਦੇ ਪੱਖ ਤੋਂ ਵਿਚਾਰਿਆ ਗੁਰੂ ਨਾਨਕ ਸਾਹਿਬ ਦਾ ਸ਼ਬਦ, ਔਰ ਇਹਦੇ ਵਿੱਚ ਮੈਨੂੰ ਤਤ ਗਿਆਨ ਕਿਵੇਂ ਦਿੱਤਾ ਗਿਆ। ਆਓ ਅੱਜ ਅਸੀਂ ਹੁਣ ਸ਼ਬਦ ਵਿਚਾਰਦੇ ਹਾਂ। ਮੇਰਾ ਐਕਚੁਅਲੀ ਜਸਟੀਫਿਕੇਸ਼ਨ ਔਰ ਸਟ੍ਰੈਟਜੀ ਤੋਂ ਬਾਅਦ ਸ਼ਬਦ ਹੁਣ ਸ਼ੁਰੂ ਹੁੰਦਾ ਹੈ। ਹਾਂਜੀ, ਗੁਰੂ ਨਾਨਕ ਸਾਹਿਬ ਦਾ ਸ਼ਬਦ ਤਿਲੰਗ ਰਾਗ ਵਿੱਚ। ਡਾਕਟਰ ਜੀ, ਮੈਂ ਤੁਹਾਨੂੰ ਸਾਂਝ ਕਰਾਂਗਾ ਕਿ ਜਦੋਂ ਮੈਂ ਸ਼ਬਦ ਸਾਂਝ ਕਰ ਰਿਹਾ ਨਾ,
ਡਾਕਟਰ ਜਸਵੰਤ ਸਿੰਘ ਜੀ, ਜੀ ਜੀ ਮੈਂ ਸੁਣ ਰਿਹਾ ਵੀਰ ਜੀ, ਸੁਣ ਰਿਹਾ ਜੀ। ਜਦੋਂ ਮੈਂ ਸ਼ਬਦ ਸਾਂਝ ਕਰ ਰਿਹਾ ਨਾ, ਮੈਂ ਨਮਰਤਾ ਨਾਲ ਬੇਨਤੀ ਕਰ ਰਿਹਾ ਕਿ ਹੁਣ ਮੈਂ ਸਾਰਾ ਸ਼ਬਦ ਆਪਣੇ ਤੇ ਟੁਕਾ ਕੇ ਸਮਝਣਾ ਹੈ, ਤੇ ਸਮਝਣ ਤੋਂ ਬਾਅਦ ਤੁਸੀਂ ਮੈਨੂੰ ਬਿਫੋਰ ਕੁਐਸਚਨ ਆਨਸਰਸ ਤੁਸੀਂ ਮੈਨੂੰ ਇਹ ਜ਼ਰੂਰ ਯਾਦ ਕਰਾਣਾ ਕਿ ਮੈਂ ਸ਼ਬਦ ਦੀ ਫਿਰ ਵਿਦਆਊਟ ਐਨੀ ਜਸਟੀਫਿਕੇਸ਼ਨਸ ਡਾਇਰੈਕਟ 1 by 1 ਸਿੰਗਲ ਲਾਈਨ ਮੀਨਿੰਗ ਦੀ ਸ਼ਬਦ ਦੀ ਸਮਰੀ ਡਿਸਕਸ ਕਰਾਂ। ਠੀਕ ਹੈ ਜੀ। ਥੈਂਕ ਯੂ ਜੀ। ਹੁਣ ਸ਼ਬਦ ਦੀ ਪਹਿਲੀ ਪੰਕਤੀ ਕਹਿੰਦੀ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਅਸੀਂ ਸਮਝ ਚੁੱਕੇ ਹਾਂ ਮੇਰੇ ਮਨ ਲਾਲੋ ਜਦੋਂ ਨਮਰਤਾ ਗਰੀਬੀ ਚ ਆ ਜਾਂਦਾ, ਉਹ ਸੱਚ ਸੁਣਨਾ ਚਾਹੁੰਦਾ, ਸੱਚ ਦਾ ਗਿਆਨ ਲੈਣਾ ਚਾਹੁੰਦਾ, ਆਪਣੀ ਖੁਆਰੀ ਸਮਝ ਰਿਹਾ। ਨਿਜ ਘਰ ਦੇ ਅੰਦਰੋਂ ਜਿਹੜੀ ਬਾਣੀ ਆਉਂਦੀ ਹੈ ਉਹਨੂੰ ਸੱਚ ਸਭਨਾ ਕਾ ਖਸਮ ਦੀ ਬਾਣੀ ਕਹਿੰਦੇ ਨੇ, ਉਹਨੂੰ ਧੁਰ ਕੀ ਬਾਣੀ ਕਹਿੰਦੇ ਨੇ। ਜੈਸੀ ਬਾਣੀ ਪ੍ਰਾਪਤ ਹੋ ਰਹੀ ਹੈ ਅੰਦਰੋਂ, ਵੈਸੇ ਵਾਲੀ ਸੁਮਤ ਮਨ ਲਾਲੋ ਨੂੰ ਵੈਸੇ ਵਾਲਾ ਸੱਚ ਦਾ ਗਿਆਨ ਪੇਸ਼ ਕੀਤਾ ਜਾ ਰਿਹਾ ਹੈ। ਨੈਕਸਟ, ਪਾਪ ਕੀ ਜੰਜ ਲੈ ਕਾਬਲ ਉਤਾਇਆ, ਜ਼ੋਰੀ ਮੰਗੇ ਦਾਨ ਵੇ ਲਾਲੋ। ਜਦੋਂ ਜੰਮ ਸਾਡੇ ਤੇ ਅਟੈਕ ਕਰਦਾ ਹੋਏ, ਮੇਰੇ ਮਨ ਲਾਲੋ ਸਮਝ, ਜੰਮ ਪੂਰਾ ਕਾਬਲ ਹੈ, ਵਾਈਸਿਸ ਦੀ ਬਰਾਤ ਜੰਜ ਲੈ ਕੇ ਆਂਦਾ ਹੈ। ਕਦੋਂ? ਉਹਨੂੰ ਕਹਿੰਦੇ ਨੇ ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਤੇ ਜਦੋਂ ਮਨ ਆਪਣੇ ਆਪ ਨੂੰ ਕਰਤਾ ਸਿਆਣਾ ਚਤਰ ਸਮਝਣ ਲੱਗ ਪੈਂਦਾ ਹੈ, ਸੱਚ ਦੀ ਮੱਤ ਨਹੀਂ ਲੈਂਦਾ, ਉਹਨੂੰ ਕਹਿੰਦੇ ਨੇ ਜਿਸ ਨੂੰ ਆਪ ਖੁਆਏ ਕਰਤਾ। ਮੇਰਾ ਮਨ ਕਰਤਾ ਬਣ ਜਾਂਦਾ ਹੈ ਨੈਗੇਟਿਵ ਸੈਂਸ ਵਿੱਚ ਕਿ ਮੈਂ ਚੌਧਰੀ, ਮੈਨੂੰ ਸਭ ਕੁਝ ਪਤਾ। ਮਨ ਕਰਤਾ ਬਣੇਗਾ ਜਿਸ ਨੂੰ ਆਪ ਖੁਆਏ ਕਰਤਾ, ਹੁਸਲੇ ਚੰਗਿਆਈ। ਚੰਗੇ ਗੁਣ ਖੋਏ ਜਾਂਦੇ ਨੇ ਕਿਉਂਕਿ ਮਨ ਕੋਲ ਜੰਮ ਵਾਲੀ ਮੱਤ ਹੈ। ਮਨ ਨੂੰ ਪਹਿਲਾਂ ਚੈਲੰਜ ਕੀਤਾ ਹੈ, ਮਨ ਏਕ ਨਾ ਚੇਤਸ ਮੋੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਤੇਰੇ ਗੁਣ ਗਲ ਜਾਂਦੇ ਨੇ, ਦੇਖ ਜਮ ਅਟੈਕ ਕਰਦੇ ਨੇ, ਸਿਰੀ ਰਾਮ ਨਾਮਾ ਉਚਰ ਮਨਾ, ਆ ਗਏ ਜਮਦਲ ਬਿਖਮ ਕਨਾ। We all are vulnerable to be attracted towards vices। ਕਿਉਂ? ਅਸੀਂ ਸਾਰੇ ਖਿੱਚੇ ਚਲੇ ਜਾਂਦੇ ਹਾਂ। ਤਾਂ ਹੀ ਅਸੀਂ ਸ਼ਮਸ਼ਾਨ ਭੂਮੀ ਵਿੱਚ ਜਾਂ ਧਾਰਮਿਕ ਸਥਾਨ ਤੇ, ਗ੍ਰੇਵਯਾਰਡ ਤੇ ਜਿੱਥੇ ਵੀ ਜਾਂਦੇ ਹਾਂ, ਉਸ ਤੋਂ ਬਾਅਦ ਅਸੀਂ ਫੇਰ ਉਹ ਪੁਰਾਣੇ ਦੇ ਪੁਰਾਣੇ ਹੋ ਜਾਂਦੇ ਹਾਂ। ਅਸੀਂ ਚੇਂਜ ਕਿਉਂ ਨਹੀਂ ਹੁੰਦੇ? ਕਿਉਂਕਿ ਜੰਮ ਨੇ ਮਨ ਉੱਤੇ ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰ ਹੈ ਕਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਕੂੜ ਦਾ ਡੇਰਾ ਲੱਗਾ ਹੋਇਆ ਮੇਰੇ ਮਨ ਉੱਤੇ, ਵਾਈਸਿਸ ਦਾ ਅਟੈਕ ਹੋਇਆ ਐਂਡ ਮੈਂ ਨਿਕਲ ਹੀ ਨਹੀਂ ਪਾ ਰਿਹਾ। ਉਹ ਮੈਨੂੰ ਪਸੰਦ ਆਉਂਦੀ ਹੈ। ਜੰਜ ਆਪਣੀ ਬਰਾਤ ਲੈ ਕੇ, ਜੰਮ ਆਪਣੀ ਬਰਾਤ ਲੈ ਕੇ ਆ ਜਾਂਦਾ ਹੈ, ਜਿਵੇਂ ਬਾਬਰ ਆਪਣਾ ਲਸ਼ਕਰ ਲੈ ਕੇ ਆ ਕੇ ਇੱਥੇ ਉਹਨੇ ਖੂਨ ਖਰਾਬਾ ਕੀਤਾ ਸੀ। ਇਸ ਤਰ੍ਹਾਂ ਕਾਬਲ ਜੰਮ ਮੇਰੇ ਤੇ ਆਪਣੀ ਬਰਾਤ ਲਿਆ ਕੇ ਅਟੈਕ ਕਰਕੇ ਮੇਰੇ ਕੋਲੋਂ ਚੰਗੇ ਗੁਣਾਂ ਨੂੰ ਖੋ ਲੈਂਦਾ ਹੈ। ਚੰਗੇ ਗੁਣਾਂ ਦਾ ਸਾਰਾ ਮੇਰੇ ਕੋਲੋਂ ਥਾਟ ਪ੍ਰੋਸੈਸ ਖੋ ਲੈਂਦਾ ਹੈ। ਕਦੋਂ? ਜਦੋਂ ਮੈਂ ਧਰਮ ਦੀ ਗੱਲ ਸੁਣਾ ਪਰ ਪ੍ਰੈਕਟਿਸ ਨਾ ਕਰਾਂ, ਧਰਮ ਦੀ ਗੱਲ ਦੇ ਰਟਨ ਕਰਾਂ, ਪ੍ਰੈਕਟਿਸ ਨਾ ਕਰਾਂ, ਧਰਮ ਦੇ ਗੱਲਾਂ ਨੂੰ ਗਾ ਦਿਆਂ, ਪ੍ਰੈਕਟਿਸ ਨਾ ਕਰ, ਧਰਮ ਦੇ ਵਿਚੋਲਿਆਂ ਕੋਲੋਂ ਸੁਣਾ, ਪ੍ਰੈਕਟਿਸ ਨਾ ਕਰਾਂ, ਉਹਨੂੰ ਕਹਿੰਦੇ ਨੇ ਸ਼ਰਮ, ਮਿਹਨਤ ਨਾ ਕਰਨਾ, ਉਦਮ ਨਾ ਕਰਨਾ। ਸ਼ਰਮ ਧਰਮ ਦੋਏ ਛਪ ਖਲੋਏ। ਮੇਰੇ ਅੰਦਰ ਧਰਮ ਦੀ ਗੱਲ ਹੈ, ਇਹਨੂੰ ਕਹਿੰਦੇ ਨੇ ਏਕੋ ਧਰਮ ਦ੍ਰਿੜੈ ਸੱਚ ਕੋਈ। ਉਹ ਸੱਚ ਦਾ ਧਰਮ ਦੀ ਗੱਲ ਮੇਰੇ ਅੰਦਰ ਹੈ, ਪਰ ਮੈਂ ਉਹਨੂੰ ਸੁਣਦਾ ਨਹੀਂ। ਮੈਂ ਸੁਣਿਆ ਮੰਨਿਆ ਮਨ ਕੀਤਾ ਭਾਵ ਕਰਦਾ ਨਹੀਂ, ਮੈਂ ਉਹਦੀ ਪ੍ਰੈਕਟਿਸ ਕਰਦਾ ਨਹੀਂ, ਤਾਂ ਫਿਰ ਉਹ ਮਾਨੋ ਫੇਡ ਹੋ ਗਏ ਨੇ। ਉਹ ਮੈਂ ਆਵਾਜ਼ ਆ ਰਹੀ ਹੈ, ਮੈਂ ਸੁਣਦਾ ਹੀ ਨਹੀਂ। ਸ਼ਰਮ ਧਰਮ ਦੋਏ ਛਪ ਖਲੋਏ, ਇਹ ਹੁਣ ਸਭ ਮੇਰਾ ਡਾਇਗਨੋਜ਼ ਹੋ ਰਿਹਾ। ਕੀ ਹੋਇਆ? ਕੂੜ ਫਿਰਿਆ ਪ੍ਰਧਾਨ ਵੇਲਾ ਲੋ।
ਇਹ ਫਿਰ ਸ਼ਰਮ ਧਰਮ ਮੈਨੂੰ ਰਾਗ ਆਸਾ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਸ਼ਬਦ ਚੋਂ ਮੈਨੂੰ ਮਿਲਿਆ। ਉਹ ਜਿਹੜੀ ਵਾਰ ਹੈ ਉਹਦੇ ਚ ਕਹਿੰਦੇ ਨੇ ਸ਼ਰਮ ਧਰਮ ਕਾ ਡੇਰਾ ਦੂਰ। ਉੱਥੇ ਕੋਈ ਨਹੀਂ ਲਿਖਿਆ ਹੈ ਕਿ ਉਹ ਬਾਬਰ ਬਾਣੀ ਹੈ, ਉੱਥੇ ਵੀ ਇਹ ਡਾਇਗਨੋਸ ਕੀਤਾ ਸ਼ਰਮ ਧਰਮ ਕਾ ਡੇਰਾ ਦੂਰ। ਫਿਰ ਕੀ ਹੁੰਦਾ ਹੈ? ਨਾਨਕ ਕੂੜ ਰਿਹਾ ਭਰਪੂਰ। ਮੇਰੀ ਹਸਤੀ ਖਰਾਬ ਹੋ ਗਈ, ਮੇਰਾ ਥਾਟ ਪ੍ਰੋਸੈਸ ਖਰਾਬ ਹੋ ਗਿਆ, ਮੈਂ ਕੁੜਿਆਰ ਬਣ ਗਿਆ। ਇਹਨੂੰ ਜਪਜੀ ਸਾਹਿਬ ਦੀ ਪਹਿਲੀ ਪੌੜੀ ਚ ਕਹਿੰਦੇ ਨੇ ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਕੁੱਟੇ ਪਾਲ। ਮੈਂ ਨਿਜ ਘਰ ਦੀ ਮੱਤ ਦੀ ਗੱਲ ਸੁਣ ਕੇ ਉਸ ਰਜ਼ਾ ਅਨੁਸਾਰ ਪੁਰਦਾ ਹੀ ਨਹੀਂ ਹਾਂ। ਉਹਨੂੰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਤੇਰੇ ਅੰਦਰ ਉਹ ਸੱਚ ਦਾ ਸੁਨਿਆ ਲਿਖਿਆ ਹੋਇਆ ਹੈ। ਤੇਰੇ ਅੰਦਰ ਜਿਹੜਾ ਸੁਨਿਆ ਲਿਖਿਆ ਨਾ ਉਹਨੂੰ ਗੁਰਮੁਖ ਨਾਦਨ ਕਹਿੰਦੇ ਨੇ। ਤੇਰੇ ਅੰਦਰ ਜਿਹੜਾ ਸੁਨਿਆ ਲਿਖਿਆ ਨਾ ਉਹਨੂੰ ਗੁਰਮੁਖ ਵੇਦਨ ਕਹਿੰਦੇ, ਉਹਨੂੰ ਵੇਦ ਕਹਿੰਦੇ ਨੇ। ਇਹ ਜਿਹੜੀ ਅੰਦਰ ਦੀ ਗੱਲ ਦਾ ਮੇਰਾ ਗ੍ਰੰਥ ਹੈ ਨਾ, ਇਹਨੂੰ ਤੇ ਮੈਂ ਸੁਣਦਾ ਨਹੀਂ। ਜਦੋਂ ਧਰਮ ਉੱਤੇ ਮੈਂ ਸ਼ਰਮ ਕਰਦਾ ਨਹੀਂ ਹਾਂ, ਕੂੜ ਦੀ ਪ੍ਰਧਾਨਤਾ ਹੇਠ ਮੈਨੂੰ ਚੱਲਣਾ ਪੈਂਦਾ ਹੈ। ਆਈ ਐਮ ਬੀਇੰਗ ਪੁਲਡ ਬਾਈ ਜਮ ਮਤ। ਫਿਰ ਕੀ ਹੁੰਦਾ ਹੈ? ਕਾਜ਼ੀਆਂ ਬਾਮਣਾ ਕੀ ਗੱਲ ਥੱਕੀ, ਅਗਤ ਪੜਿਆ ਸ਼ੈਤਾਨ ਵੀ ਲਾ ਲੋ। ਅਗਤ ਲਫ਼ਜ਼ ਡਾਕਟਰ ਸਾਹਿਬ, ਅਗਤ ਲਫ਼ਜ਼ ਇਹ ਬਿਲੋਂਗਸ ਟੂ ਨਿਕਾਹ, ਵਿਆਹ। ਮੇਰਾ ਜਮ ਦੇ ਨਾਲ ਵਿਆਹ ਹੋ ਜਾਂਦਾ ਹੈ। ਵਿਆਹ ਮੇਰਾ ਸਤਿਗੁਰ ਦੀ ਮੱਤ ਦੇ ਨਾਲ ਹੋਣਾ ਚਾਹੀਦਾ ਸੀ। ਉਹਨੂੰ ਕਹਿੰਦੇ ਨੇ ਗਿਆਨ ਰਾਬ ਜਬ ਸੀਜਿਆ ਆਵੇ ਤੂੰ ਨਾਨਕ ਭੋਗ ਕਰੀ। ਡਾਕਟਰ ਸਾਹਿਬ ਮੈਂ ਕੁਝ ਛੇਤੀ ਤਾਂ ਨਹੀਂ ਬੋਲ ਰਿਹਾ? ਨਹੀਂ, ਮੈਨੂੰ ਤੇ ਫਿਕਰ ਹੈ ਕਿ ਤੁਸੀਂ ਟਾਈਮ ਬੜਾ ਜ਼ਿਆਦਾ ਲਾ ਜਾਓਗੇ। ਕਿੰਨੇ ਮਿੰਟ ਹੋ ਗਏ ਨੇ? ਵੈਸੇ ਤਾਂ ਤੁਹਾਡਾ ਟਾਈਮ ਖਤਮ ਹੈ ਜੀ, ਤੁਹਾਡਾ ਮਤਲਬ ਸਪੀਚ ਦਾ ਟਾਈਮ ਖਤਮ। ਅੱਛਾ ਜੀ, ਮੈਂ ਤੁਸੀਂ ਲਾ ਲਓ 10 ਕੁ ਮਿੰਟ ਹੋਰ ਲਾ ਲਓ, ਕੋਈ ਗੱਲ ਨਹੀਂ। ਓਕੇ ਜੀ। ਸੋ ਜਦੋਂ ਅਖੌਤੀ ਵਿਚੋਲਿਆਂ ਦੇ ਕਰਮ ਕਾਂਡ ਨੂੰ ਸੁਣੋ ਔਰ ਕਰੋ ਤਾਂ ਫਿਰ ਉਹ ਕੋਈ ਜਮ ਤੋਂ ਨਹੀਂ ਸਾਨੂੰ ਛੁਡਾ ਸਕਦੇ ਨੇ। ਮੇਰਾ ਜਮਾਂ ਨਾਲ ਨਿਕਾਹ ਹੋ ਜਾਂਦਾ। ਮਾਨੋ ਮਨੂੰ ਜਮ ਮੱਤ ਦੇ ਨਾਲ ਚੱਲਣਾ ਪੈਂਦਾ। ਮੇਰੀ ਮਨੂੰ ਤੇ ਸਿਖਾਇਆ ਸੀ ਗਾਓ ਗਾਓ ਕਾਮਣੀ ਵਿਵੇਕ ਵਿਚਾਰ, ਪਰ ਮੇਰੇ ਕੋਲ ਵਿਵੇਕ ਵਿਚਾਰ ਹੈ ਨਹੀਂ। ਮੈਂ ਮੰਦੇ ਖਿਆਲਾਂ ਨੂੰ ਸਟੱਡੀ ਨਹੀਂ ਕਰ ਪਾਉਂਦਾ, ਚੰਗੇ ਖਿਆਲਾਂ ਨੂੰ ਮੈਂ ਫੋਲੋ ਹੀ ਨਹੀਂ ਕਰਦਾ। ਸੋ ਇਹਦੇ ਕਾਰਨ ਕੀ ਹੁੰਦਾ ਹੈ? ਮੁਸਲਮਾਨੀਆਂ ਪੜ੍ਹੈ ਕਤੇਬਾਂ ਕਸ਼ਟ ਮੈਂ ਕਰੇ ਖੁਦਾਏ ਬੁਲਾ ਲਓ। ਮੇਰੀ ਇਹ ਪ੍ਰੈਕਟਿਸ ਹੋ ਜਾਂਦੀ ਹੈ। ਮੁਸੀਬਤਾਂ ਵੇਲੇ ਮੈਂ ਧਰਮ ਗ੍ਰੰਥ ਦੇ ਰਟਨ ਕਰਾਂ, ਲਫ਼ਜ਼ੀ ਰਟਨ ਕਰਾਂ, ਕੋਈ ਰੱਬ ਦਾ ਨਾਂ ਰੱਖ ਕੇ ਉਹਦੇ ਰਟਨ ਕਰਾਂ। ਜਮ ਮਤ ਕੋ ਮੇਰਾ ਛੁਟਕਾਰਾ ਨਹੀਂ ਹੁੰਦਾ। ਜਾਤ ਸਨਾਤੀ ਹੋਰ ਹੀ ਦੁਆਣੀਆਂ, ਇਹ ਵੀ ਲੇਖਾ ਲਾਏ ਵੇ ਲਾ ਲਓ। ਮੈਂ ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਜ਼ਾਤ ਦਾ ਲੇਬਲ ਲਾ ਲਵਾਂ, ਮੇਰੇ ਮਨ ਕੀ ਮਤ ਦਾ ਲੇਖਾ ਮੈਨੂੰ ਦੇਣਾ ਪੈਂਦਾ ਹੈ। ਪਲ ਪਲ ਉਹਨੂੰ ਮੈਨੂੰ ਪੁੱਛਦੇ ਨੇ, ਮਨ ਐਸਾ ਲੇਖਾ ਤੂੰ ਕੀ ਪੜਿਆ? ਲੇਖਾ ਦੇਣਾ ਤੇਰੇ ਸਿਰ ਰਿਹਾ। ਸੋ ਮਨ ਕੀ ਮਤ ਦਾ ਲੇਖਾ ਭੁਗਤਣਾ ਪੈਂਦਾ ਹੈ। ਅੱਗੇ ਫਿਰ ਹੁਣ ਮੈਨੂੰ ਇਸ ਸ਼ਬਦ ਦੇ ਪਹਿਲੇ ਪਦੇ ਦੀ 7ਵੀਂ ਲਾਈਨ 7ਵੀਂ ਪੰਕਤੀ ਹੁਣ ਮੈਨੂੰ ਕਲੂ ਦੇਣ ਲੱਗੇ ਨੇ। ਇਸ ਤੋਂ ਬਾਅਦ ਦੂਜੇ ਪਦੇ ਵਿੱਚ ਲਾਲੋ ਲਫ਼ਜ਼ ਨਹੀਂ ਆਏਗਾ। ਮੇਰੇ ਮਨ ਨੂੰ ਹੀ ਨਿਜ ਘਰ ਦੀ ਸਾਹਿਬੀ ਸਿਖਾਣਗੇ, ਨਿਜ ਘਰ ਦਾ ਮਹਿਲ ਪ੍ਰਾਪਤ ਕਰਨਗੇ। ਕਿਉਂਕਿ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਉਹਨੂੰ ਹੀ ਕਹਿੰਦੇ ਨੇ ਗੁਣ ਕਹਿ ਗੁਣੀ ਸਮਾਵਣਿਆ, ਉਹਨੂੰ ਹੀ ਵਨੈਸ ਕਹਿੰਦੇ ਨੇ। ਔਰ ਹੁਣ ਉਹਦੇ ਵਾਸਤੇ ਕਹਿੰਦੇ ਨੇ ਖੂਨ ਕੇ ਸੋਇਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵਿਲਾ ਲੋ। ਸੋ ਸ਼ਰਮ ਘਾਲਣਾ ਕਰ, ਮਿਹਨਤ ਮੁਸ਼ੱਕਤ ਕਰ, ਤਾਂ ਕਿ ਤੇਰੇ ਅੰਦਰ ਚੰਗੇ ਗੁਣਾ ਦੇ ਸ਼ਿੰਗਾਰ ਦੀ ਖੁਸ਼ਬੂ ਦਾ ਕੇਸਰ ਛਿੜਕਿਆ ਜਾ ਸਕੇ। ਸੋ ਤੂੰ ਨਿਰਭਉ ਕਾ ਸੋਇਲਾ ਗਾ, ਤੁਮ ਗਾਓ ਮੇਰੇ ਨਿਰਭਉ ਕਾ ਸੋਇਲਾ। ਉਹਦੇ ਨਾਲ ਜਮਾ ਦੇ ਨਾਲ ਕੰਬੈਟ ਕਰਨ ਵਾਸਤੇ ਤੂੰ ਵਾਈਸਿਸ ਨਾਲ ਕੰਬੈਟ ਕਰਨਾ ਹੈ। ਕੁੱਟ ਮਨ ਕਸਵੱਟੀ ਲਾ ਕੇ ਆਪਣੇ ਮਨ ਨੂੰ ਸਿੱਧੇ ਰਾਹ ਪਾਣਾ ਹੈ, ਤਾਂ ਕਿ ਤੂੰ ਆਈਡੀਅਲਸ ਨੂੰ ਫੋਲੋ ਕਰ ਸਕੇ। ਆਈਡੀਅਲਸ ਨੂੰ ਫੋਲੋ ਕਰੀਏ ਤਾਂ ਸਾਡਾ ਸੱਚ ਦੇ ਨਾਲ ਮਿਲਾਪ ਹੁੰਦਾ ਹੈ। ਵਰਨਾ ਗੱਲਾਂ ਕਰਨ ਨਾਲ, ਰਟਨ ਕਰਨ ਨਾਲ, ਲੈਕਚਰ ਦੇਣ ਨਾਲ, ਟ੍ਰਾਂਸਲੇਸ਼ਨਸ ਕਰਨ ਨਾਲ, ਸਿਰਫ ਬਾਹਰੋਂ ਧਰਮ ਗ੍ਰੰਥ ਦੇ ਰਟਨ ਕਰਨ ਨਾਲ ਜਮ ਮਤ ਤੋਂ ਨਹੀਂ ਛੁੱਟ ਸਕਦੇ। ਮੇਰਾ ਜਮ ਮਤ ਨਾਲ ਨਿਕਾਹ ਹੋਇਆ ਹੋਇਆ, ਮੈਂ ਸੱਚ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ। ਹੁਣ ਮੇਰੇ ਮਨ ਨੂੰ ਸਾਹਿਬ ਬਣਾਉਂਦੇ ਨੇ, ਨਿਜ ਕਰਦੇ ਸਾਹਿਬ ਦੇ ਨਾਲ ਉਹਦੀ ਮਤ ਦੇ ਕੇ। ਸਾਹਿਬ ਕੇ ਗੁਣ ਗਾਵੇ ਨਾਨਕ, ਬਾਸਪੁਰੀ ਵਿੱਚ ਆਖ ਮਸੋਲਾ। ਮੇਰੇ ਇਸ ਮਨ ਦੇ ਅੰਦਰ ਦਾ ਜਿਹੜਾ ਤਨ ਹੈ ਨਾ, ਉਹਨੂੰ ਮਾਸਪੁਰੀ ਕਹਿੰਦੇ ਨੇ। ਉੱਥੇ ਮਸਲਾ, ਸੱਚਾ ਨਿਯਮ, ਝਗੜਾ ਹੱਲ ਕਰਨ ਦੀ ਸੁਮਤ ਦਿੱਤੀ ਜਾਂਦੀ ਹੈ। ਨਿਜ ਘਰ ਚ ਚੰਗੇ ਗੁਣੇ ਦਾ ਸੁਨਿਆ ਲਿਆ ਜਾਂਦਾ ਹੈ ਤਾਂ ਸਾਹਿਬੀ ਜੀਵਨ ਦਾ ਸਵਾਦ ਆਉਂਦਾ ਹੈ, ਕਿਉਂਕਿ ਮਨ ਕੋਲ ਵਿਵੇਕ ਬੁੱਧੀ ਹੈ। ਪਹਿਲਾਂ ਕੂੜ ਰਾਜਾ ਕੂੜ ਪ੍ਰਜਾ ਸੀ,
ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸੀ। ਹੁਣ ਇਸ ਦਾ ਜਮਾ ਦੇ ਨਾਲ ਜਿਹੜਾ ਕੰਬੈਟ ਵੇਲੇ ਸਾਡੇ ਸਾਰਿਆਂ ਦੇ ਸਾਹਮਣੇ ਚੰਗੇ ਮੰਦੇ ਦੀ ਗੱਲ ਆਉਂਦੀ ਹੈ ਨਾ, ਤਾਂ ਕਸ਼ਮਕਸ਼ ਹੁੰਦੀ ਹੈ। ਮੈਂ ਕਿਹਨੂੰ ਫਾਲੋ ਕਰਾਂ, ਮੈਂ ਕਨਫਿਊਜ਼ ਹੋ ਜਾਂਦਾ, ਇਧਰ ਜਾਉਂ ਕਿ ਇਧਰ ਜਾਉਂ। ਉਹਨੂੰ ਦੁਬਦਾ ਕਹਿੰਦੇ ਨੇ, ਵਿਵੇਕ ਬੁੱਧੀ ਵਰਤੀ ਨਹੀਂ ਹੈ ਔਰ ਅਸੀਂ ਕਨਫਿਊਜ਼ਡ ਰਹਿੰਦੇ ਹਾਂ, ਦੁਬਦਾ ਡੁੱਬ ਡੁੱਬ ਮਰੀਏ ਹੁੰਦੇ ਆ। ਸੋ ਵਿਵੇਕ ਬੁੱਧੀ ਪ੍ਰਾਪਤ ਆਈਡੀਅਲਸ ਦੇ ਬਾਰੇ ਕਹਿੰਦੇ ਨੇ, ਜਿਹਨੂੰ ਪਾਈ ਰੰਗ ਰਵਾਈ ਬੈਠਾ ਵੇਖੈ ਵਖ ਕੇਲਾ। ਇਹ ਬੈਠਾ ਵੇਖੈ ਵਖ ਕੇਲਾ, ਮੇਰਾ ਮਨ ਨਿਜ ਘਰ ਦੇ ਮਹਿਲ ਦੇ ਅੰਦਰ ਐਂਟਰ ਕਰ ਗਿਆ ਔਰ ਆਪਣੇ ਅੰਦਰ ਦੀ ਸਾਰੀ ਸ੍ਰਿਸ਼ਟੀ ਨੂੰ ਵੇਖਣ ਯੋਗ ਹੋ ਗਿਆ। ਰੰਗ ਰਵਾਈ ਦਾ ਮਤਲਬ ਹੁੰਦਾ ਉਹਦੇ ਕੋਲ ਨਿਜ ਘਰ ਦੀ ਮੱਤ ਦਾ ਜਿਹੜਾ ਰੰਗ ਚੜਿਆ, ਉਸ ਰੰਗ ਦੀ ਬਾਣੀ ਨੂੰ ਉਚਾਰਦਾ ਹੈ, ਉਸ ਰੰਗ ਨੂੰ ਉਚਾਰਦਾ ਹੈ। ਇਹ ਅਵਸਥਾ ਸਾਡੀ ਤਦੋਂ ਬਣਦੀ ਹੈ ਜਦੋਂ ਮੇਰਾ ਮਨ ਅਦਵੈਤ ਡੁਐਲਿਟੀ ਤੋਂ ਛੁੱਟ ਗਿਆ ਤਾਂ ਨਾਨਕ ਹੋ ਜਾਂਦਾ ਹੈ, ਨਮਰਤਾ 'ਚ ਲੈਣਾ ਚਾਹੁੰਦਾ ਹੈ ਤੇ ਲੈਣਾ ਬਣ ਜਾਂਦਾ ਹੈ, ਜਦੋਂ ਲੈ ਕੇ ਚੰਗੇ ਗੁਣਾਂ ਦਾ ਸ਼ਿੰਗਾਰ ਕਰਦਾ ਤੇ ਅੰਗਦ ਬਣ ਜਾਂਦਾ ਹੈ, ਜਦੋਂ ਜਮਾ ਦੇ ਨਾਲ ਅਟੈਕ ਹੋਣ ਵੇਲੇ ਕੰਬੈਟ ਕਰਕੇ ਉਹਨਾਂ ਤੋਂ ਮਰਦਾ ਹੀ ਨਹੀਂ ਹੈ ਤੇ ਅਮਰ ਹੋ ਜਾਂਦਾ ਹੈ। ਤੇ ਸੱਚ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਹਮੇਸ਼ਾ ਰਾਮਦਾਸ, ਮੇਰੇ ਮਨ ਦੀ ਇਹ ਅਵਸਥਾ ਬਣਦੀ ਜਾਂਦੀ ਹੈ। ਤੇ ਜਦੋਂ ਅੰਦਰੋਂ ਸੱਚ ਕੀ ਬਾਣੀ ਆਪਣੇ ਅੰਦਰ ਦੇ ਅੰਗਾਂ ਨੂੰ ਸੁਣਾਉਂਦਾ ਹੈ ਤਾਂ ਮੇਰਾ ਮਨ ਅਰਜਨ ਬਣ ਜਾਂਦਾ ਹੈ ਤੇ ਸੱਚਾ ਭੱਟ ਬਣ ਜਾਂਦਾ ਹੈ। ਸੱਚ ਦੀ ਬਾਣੀ ਰੰਗ ਰਵਾਈ ਬੈਠਾ ਵੇਖੈ ਵਖ ਕੇਲਾ, ਮਨ ਆਪਣੀ ਸ੍ਰਿਸ਼ਟੀ ਦੀ ਸਾਜਨਾ ਕਰਨ ਯੋਗ ਹੋ ਜਾਂਦਾ ਹੈ, ਅੰਦਰ ਦੀ ਸ੍ਰਿਸ਼ਟੀ ਦੀ, ਜਿਸ ਸ੍ਰਿਸ਼ਟੀ ਤੇ ਮਨ ਰਾਜਾ ਦੁਖੀ ਸੀ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸੀ, ਹਰ ਕਾ ਨਾਮ ਜਪਤ ਹੋਏ ਸੁਖਿਓ, ਆਪਣੀ ਸ੍ਰਿਸ਼ਟੀ ਸਾਜਨਾ ਕਰਦਾ ਹੈ। ਇਸ ਪੱਖੋਂ ਜਦੋਂ ਅਸੀਂ ਵਿਚਾਰਾਂਗੇ ਤਾਂ ਆਪ ਹੀ ਨੇ ਅਪਸਾਜੋ ਆਪ ਹੀ ਨੇ ਰਚਿਓ ਨਾਉ। ਦੂਜੇ ਨੰਬਰ ਤੇ ਅੰਦਰ ਦੀ ਸ੍ਰਿਸ਼ਟੀ ਜਿਹੜੀ ਸਾਜਦਾ ਹੈ, ਦੂਈ ਕੁਦਰਤ ਸਾਜੀ ਹੈ, ਉਹਨੂੰ ਰੱਬੀ ਗੁਣਾ ਦੀ ਕੁਦਰਤ ਦਾ ਬਲ ਪ੍ਰਾਪਤ ਹੁੰਦਾ ਹੈ। ਕਰ ਆਸਣ ਡਿਠੋ ਚਾਓ, ਆਪਣੇ ਅੰਦਰ ਜੋ ਨੈਗੇਟਿਵ ਖਿਆਲ ਵਾਪਰਦੇ ਸੀ ਨਾ, ਉਹਨਾਂ ਦੇ ਬਦਲੇ ਹੁਣ ਆਪਣੇ ਅੰਦਰ ਦੀ ਸ੍ਰਿਸ਼ਟੀ, ਸਾਰੇ ਜੀਆਂ ਜਨਤਾ ਨੂੰ, ਅੰਦਰ ਦੀ ਕਾਇਨਾਤ, ਮਨ ਖਿੜਿਆ ਹਰਿਆ ਬਾਗ ਬਣਾ ਕੇ ਸਾਰਿਆਂ ਨੂੰ ਸੱਚ ਵੰਡਦਾ ਹੈ, ਸੱਚ ਸੁਣਾਉਂਦਾ ਹੈ, ਸੱਚ ਖਸਮ ਦੀ ਮੱਤ ਰਾਹੀਂ ਸ੍ਰਿਸ਼ਟੀ ਦੀ ਸਾਧਨਾ ਕਰਦਾ ਹੈ ਤੇ ਉੱਥੇ ਇਕਮਿਕਤਾ ਦੇ ਨਾਲ, ਰੱਬੀ ਇਕਮਿਕਤਾ ਦੇ ਨਾਲ ਆਪਣੇ ਅੰਦਰ ਦੇ ਪਰਿਵਰਤਨ ਨੂੰ ਵੇਖਦਾ ਹੈ, ਰੈਲਿਸ਼ ਕਰਦਾ ਹੈ। ਫਿਰ ਕਹਿੰਦੇ ਨੇ ਸੱਚਾ ਸੋ ਸਾਹਿਬ ਸੱਚ ਤਪਾਵਸ, ਸੱਚੜਾ ਨਿਆਉ ਕਰੇਗ ਮਸੂਲਾ। ਉਹ ਸੱਚ ਦਾ ਨਿਆਉ ਕਰਨ ਯੋਗ ਹੋ ਜਾਂਦਾ, ਉਹਦੇ ਕੋਲ ਵਿਵੇਕ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਤਾਂ ਉਹ ਇਸ ਨੂੰ ਮਾਣਦਾ ਹੈ, ਕਿਉਂਕਿ ਉਹਨੂੰ ਹੁਣ ਕਸ਼ਮਕਸ਼ ਨਹੀਂ ਹੈ, ਉਹਨੂੰ ਸਿੱਧਾ ਰਾਹ ਪਤਾ ਹੈ। ਵਿਵੇਕ ਬੁੱਧੀ ਦੇ ਕਾਰਨ ਸਤਿਗੁਰ ਦੀ ਮੱਤ ਦੇ ਨਾਲ ਟਿਊਨਡ ਹੈ। ਸੱਚਾ ਸਾਹਿਬ ਬਣ ਗਿਆ, ਮਨ ਨਿਜ ਘਰ ਦੇ ਅੰਦਰ ਇਕਮਿਕ ਹੋ ਗਿਆ। ਉਹਨੂੰ ਕਹਿੰਦੇ ਨੇ ਨਾਨਕ ਬੱਦਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ। ਸੋਇਲਾ 'ਚ ਅਸੀਂ ਉਹਨੂੰ ਪੜ੍ਹਦੇ ਸੀ, ਨਿਜ ਘਰ ਮਹਿਲ ਪਾਵੋ ਸੁਖ ਸਹਿਜੀ ਬੌਰ ਨੋਏ ਗੋ ਫੇਰਾ। ਜਦੋਂ ਬਾਣੀ ਦੇ ਨਾਲ ਅਸੀਂ ਟਿਊਨਡ ਰਹਿੰਦੇ ਆ ਨਾ ਮੇਰਾ ਮਨ, ਤਾਂ ਮੰਦੇ ਖਿਆਲਾਂ ਦਾ ਫੈਬਰਿਕ ਟੁੱਕ ਟੁੱਕ ਹੋ ਜਾਂਦਾ ਹੈ, ਉਹ ਟੌਰਨ ਅਪਾਰਟ ਹੋ ਜਾਂਦਾ ਹੈ। ਉਹ ਨੈਗੇਟਿਵ ਖਿਆਲਾਂ ਦਾ ਤਾਨਾ ਬੰਨਾ, ਕਬੀਰ ਸਾਹਿਬ ਕਹਿੰਦੇ ਨੇ ਤੰਨਾ ਬੁੰਨਾ ਸਭ ਤਜੋ ਹੈ ਕਬੀਰ, ਤਾਨਾ ਬੰਨਾ ਕਛੂ ਨਾ ਸੂਝੈ। ਉਹਨੂੰ ਅੱਗੇ ਕਹਿੰਦੇ ਨੇ ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦ ਸਤਾਨ ਸੰਭਾਲ ਸੀ ਬੋਲਾ। ਹਿੰਦ ਮੇਰਾ ਥਾਟ ਪ੍ਰੋਸੈਸ ਹੁੰਦਾ ਹੈ, ਜੋ ਮੇਰੇ ਮੰਦੇ ਖਿਆਲ ਸਨ ਉਹ ਵੀ ਸਾਰੇ ਹੁਣ ਸੱਚ ਨੂੰ ਸੰਭਾਲਦੇ ਨੇ, ਤਾਂ ਚੰਗੇ ਗੁਣਾਂ ਦੀ ਸੰਭਾਲ ਕਰਦਾ ਹੈ, ਕਿਉਂਕਿ ਇਹਨੇ ਰੋਬ ਆਫ ਆਨਰ ਪਾ ਲਿਆ, ਪਾਉ ਪਾ ਲਿਆ, ਪਹਿਰ ਸਿਰ ਪਾਉ ਪਾ ਲਿਆ। ਉਹਨੂੰ ਕਹਿੰਦੇ ਨੇ ਕਰਨੀ ਆਵੇ ਕੱਪੜਾ, ਨਦਰੀ ਮੋਖ ਦੁਆਰ ਨੂੰ ਪ੍ਰਾਪਤ ਹੋ ਗਿਆ। ਇੱਥੇ ਆ ਕੇ ਕਹਿੰਦੇ ਨੇ ਆਵਨ 8 ਤਰ੍ਹਾਂ ਜਾਨ 97। ਇਹ 78 ਔਰ 97 ਦੇ ਬਾਰੇ ਗੱਲ ਨਹੀਂ ਚੱਲ ਰਹੀ। ਡਾਕਟਰ ਜਸਵੰਤ ਸਿੰਘ ਜੀ, ਇਸ ਤੋਂ ਬਾਅਦ ਆਖਰੀ ਪੰਕਤੀ ਹੈ, ਇਸ ਨੂੰ ਮੈਂ ਜ਼ਰੂਰ ਬਿਆਨ ਕਰਾਂਗਾ। ਆਵਨ 8 ਤਰ੍ਹਾਂ ਹੁੰਦਾ ਹੈ, ਉਹਨੂੰ ਹਮੇਸ਼ਾ ਬਾਣੀ ਦੇ ਨਾਲ ਟਿਊਨ ਰਹਿਣ ਨਾਲ ਸੁਰਤ ਹਮੇਸ਼ਾ ਸੱਚ ਪਾਸੇ ਰਹਿੰਦੀ ਹੈ, ਉਹਨੂੰ ਚੰਗੇ ਖਿਆਲ ਆਉਂਦੇ ਨੇ, ਉਹਦੇ ਅੰਦਰ ਦਾ ਅੱਠਾ ਤਰ ਜਾਂਦਾ ਹੈ। 8 ਤਰ੍ਹਾਂ ਹੁੰਦਾ, 78 ਨਹੀਂ ਹੁੰਦਾ, 8 ਤਰ੍ਹਾਂ ਉਹਦਾ ਅੱਠਾ ਤਰ ਜਾਂਦਾ ਹੈ। ਜੋਗੀ ਸਮਝਦੇ ਸਨ ਅੱਠਾ ਤਾਂ ਤਰਦਾ ਹੈ ਜੇ ਤੁਸੀਂ ਅਨੁਲੋਮ ਵਿਲੋਮ ਕਰੋ, ਸਵਾਸ ਲਵੋ, ਉਹ ਤੁਹਾਡੇ ਅੰਦਰ ਤੇ ਤਰੇਗਾ, ਕਿਉਂਕਿ ਤੁਹਾਡੇ ਜਿਹੜੀਆਂ 2 ਲੱਤਾਂ ਨੇ, 2 ਥਾਈਜ਼ ਨੇ, 4 ਇਹ ਹੱਡੀਆਂ, ਇਹਨਾਂ ਤੋਂ ਇਲਾਵਾ 2 ਹੱਥ, ਇਹ ਬਾਹਾਂ ਜਿਹੜੀਆਂ ਨੇ 6, ਤੇ ਮੇਰੀ ਛਾਤੀ ਦਾ ਸਕੈਲੇਟਨ 7, ਤੇ ਮੇਰੇ ਸਿਰ ਦਾ ਸਕਲ ਮਿਲਾ ਕੇ 8। ਇਹਨੂੰ ਉਹ
ਬਾਹਰਗੀ ਹਵਾ ਲੈ ਕੇ ਅਸੀਂ ਪਵਨ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਦਾ ਅੱਠਾ ਸਵਾਰਦੇ ਆ, ਅੱਠਾ ਤਰ ਜਾਂਦਾ ਹੈ। ਜਾਨ 97 ਸਤ ਅਨਵੈ ਹੁੰਦਾ ਹੈ, 97 ਦਾ ਸੰਧੀ ਵਿਛੇਦ ਵਿੱਚ ਹੁੰਦਾ ਹੈ। ਸੱਚ ਦੇ ਸਰੋਵਰ ਵਿੱਚ ਅਨਵੈ ਮਤਲਬ ਹੁੰਦਾ ਇਸ਼ਨਾਨ ਕਰਨਾ। ਮੈਂ ਸੱਚ ਦੇ ਸਰੋਵਰ ਵਿੱਚ ਇਸ਼ਨਾਨ ਕਰਾਂ ਤਾਂ ਅਵਗੁਣ ਚਲੇ ਜਾਂਦੇ ਨੇ, ਹੋਰ ਵੀ ਮਨ ਦੇ ਖਿਆਲ ਚਲੇ ਜਾਂਦੇ ਨੇ। ਮਰਦ ਕਾ ਚੇਲਾ ਮਨ ਬਣ ਜਾਂਦਾ, ਸੂਰਮਾ ਬਣਦਾ। ਆਖਰੀ ਪੰਕਤੀ ਚ ਕਹਿੰਦੇ ਨੇ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ ਸੱਚ ਕੀ ਬੇਲਾ। ਜਦੋਂ ਵੀ ਜੰਮ ਅਟੈਕ ਕਰਦੇ ਨੇ ਉਸ ਵੇਲੇ ਸੱਚ ਕੀ ਬੇਲਾ, ਸੱਚ ਦੀ ਬਾਣੀ ਨਿਜ ਘਰ ਚੋਂ ਸੁਣ ਕੇ ਉਸ ਵੇਲੇ ਸਾਡਾ ਜੀਵਨ ਅੰਮ੍ਰਿਤ ਵੇਲਾ ਬਣ ਜਾਂਦਾ ਹੈ। ਜਦੋਂ ਵੀ ਜੰਮ ਅਟੈਕ ਕਰੇ ਉਸ ਔਖੀ ਘੜੀ ਵੇਲੇ ਨਿਜ ਘਰ ਦੀ ਬਾਣੀ ਸੁਣਦਾ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ ਸੱਚ ਕੀ ਬੇਲਾ। ਠੀਕ ਹੈ ਜੀ, ਮੈਂ ਹੁਣ ਤੁਹਾਨੂੰ ਰਿਕੁਐਸਟ ਕਰ ਰਿਹਾ ਕਿ ਆਪਾਂ ਬੰਦ ਕਰੀਏ, ਕਿਉਂਕਿ ਬਹੁਤ ਸਾਰੇ ਕੁਐਸਚਨ ਹੈ ਜੀ ਤੁਹਾਡੀ ਟਾਕ ਬਾਰੇ, ਤੇ ਫਿਰ ਉਹ ਰਹਿਣਾ ਨਹੀਂ ਟਾਈਮ ਉਹਦੇ ਵਾਸਤੇ, ਤੇ ਲੋਕ ਥੋੜੇ ਜਿਹੇ ਖਾਸ ਕਰਕੇ ਈਸਟ ਕੋਸਟ ਦੇ ਹੁਣ ਅਬੇਸਲੇ ਵੀ ਹੋ ਰਹੇ ਹਨ। ਤੇ ਜੇ ਤੁਹਾਡਾ ਹੁਕਮ ਹੋਵੇ ਤੇ ਤੁਸੀਂ ਇੱਕ ਅੱਧੀ ਲਾਈਨ ਕਰਕੇ ਤੇ ਫਿਰ ਖਤਮ ਕਰ ਲਓ ਜੀ ਪਲੀਜ਼। ਮੈਂ ਇੱਕ ਅੱਧੀ ਲਾਈਨ ਵਿੱਚ ਸਮਰੀ ਕਰ ਦਿੰਦਾ। ਹਾਂ, ਸਮਰੀ ਕਰ ਦਿਓ ਪਲੀਜ਼। ਸਮਰੀ, ਹਾਂਜੀ। ਮਨ ਨੂੰ ਹੰਬਲ ਬਣਾਉਣਾ ਹੈ, ਨਿਜ ਘਰ ਦੀ ਮੱਤ ਸੁਣਨੀ ਹੈ ਤਾਂ ਕਿ ਰਿਅਲਾਈਜ਼ ਕਰ ਸਕੇ ਕਿ ਮੇਰੇ ਉੱਤੇ ਜੰਮ ਅਟੈਕ, ਵਾਈਸਿਸ, ਮੰਦੇ ਖਿਆਲ ਕਿਵੇਂ ਅਟੈਕ ਕਰਦੇ ਨੇ। ਧਰਮ ਉੱਤੇ ਸ਼ਰਮ ਕਰਨਾ ਹੈ। ਵਿਚੋਲਾ ਔਰ ਗ੍ਰੰਥ ਦੇ ਰਟਨ ਕੁਛ ਨਹੀਂ ਕਰ ਸਕਦੇ ਨੇ। ਮੇਰੇ ਅਮਲ ਤੇ ਮੈਨੂੰ ਜ਼ੋਰ ਦੇਣਾ ਪਏਗਾ, ਔਰ ਮੈਨੂੰ ਮਜ਼ਹਬ ਔਰ ਜ਼ਾਤ ਪਾਤ ਦੇ ਲੇਬਲ ਲਗਾਉਣ ਨਾਲ ਜਮਾ ਦਾ ਲੇਖਾ ਨਹੀਂ ਮੁੱਕਦਾ ਹੈ। ਮੇਰੀ ਲੋਭ ਰੱਤ ਨੂੰ ਵਾਸ਼ ਕਰਨਾ ਹੈ ਤਾਂ ਕਿ ਮੇਰੀ ਆਸ਼ਾ ਤ੍ਰਿਸ਼ਨਾ ਮੁੱਕ ਜਾਏ। ਮੈਨੂੰ ਗੋਡ ਲਾਈਕ ਕੁਆਲਿਟੀਜ਼ ਦੀ ਪ੍ਰੈਕਟਿਸ ਕਰਕੇ ਸ਼ਾਹ ਪਾਤਸ਼ਾਹ ਬਣਨਾ, ਸੱਚਾ ਪਾਤਸ਼ਾਹ ਬਣਨਾ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਬਣਨਾ, ਸੋ ਦਰ ਦੇ ਅੰਦਰ ਜਾ ਕੇ ਚੰਗੇ ਗੁਣਾਂ ਦੀ ਸੰਭਾਲ ਕਰਕੇ ਵਿਜ਼ਡਮ ਵਰਚੂਜ਼ ਨੂੰ ਰੈਲਿਸ਼ ਕਰਨਾ ਹੈ। ਇਹ ਸਭ ਕੁਝ ਤਾਂ ਪ੍ਰਾਪਤ ਹੁੰਦਾ ਹੈ ਜੇ ਵਿਵੇਕ ਬੁੱਧੀ ਰਾਹੀਂ ਮੈਂ ਨਿਰਣਾ ਕਰਨ ਯੋਗ ਹੋ ਜਾਵਾਂ। ਮੰਦੇ ਖਿਆਲਾਂ ਦਾ ਫੈਬਰਿਕ ਫਟ ਜਾਂਦਾ ਹੈ, ਨੋ ਵੀਵਿੰਗ ਐਟ ਆਲ, ਔਰ ਨਵਾਂ ਜਨਮ, ਦੁਰਲਭ ਜਨਮ ਪ੍ਰਾਪਤ ਹੁੰਦਾ ਹੈ। ਉਹਨੂੰ ਕਹਿੰਦੇ ਨੇ ਸਤ ਅਨਵੈ, ਜਾਨ ਆਮਨ 8 ਤਰ੍ਹਾਂ, ਜਾਨ 97 ਹੋਰ ਵੀ ਉਠਸੀ ਮਰਦ ਕਾ ਚੇਲਾ, ਦੁਰਲਭ ਦੀ ਪ੍ਰਾਪਤੀ ਹੋ ਜਾਂਦੀ ਹੈ। ਔਖੀ ਘੜੀ ਵੇਲੇ ਜਦੋਂ ਕਦੇ ਵੀ ਮੰਦਾ ਖਿਆਲ ਸਾਡੇ ਸਾਹਮਣੇ ਵਾਪਰੇ ਆਵੇ, ਉਸ ਵੇਲੇ ਸੁਰਤ ਹਮੇਸ਼ਾ ਸੱਚ ਨਾਲ ਰਹਿੰਦੀ ਹੈ। ਅੰਮ੍ਰਿਤ ਵੇਲਾ ਚ ਧੁਨ ਮੈਂ ਧਿਆਨ ਰੱਖਦੀ ਹੈ। 24 ਘੰਟੇ ਸਭ ਤੋਂ ਥੈਂਕ ਯੂ ਜੀ, ਬਹੁਤ ਜ਼ਿਆਦਾ ਤੁਸੀਂ ਬਹੁਤ ਡੀਪ ਥਾਟ ਦਿੱਤੇ ਹੈ।